ਰੋਜ਼ਾਨਾ ਦੀ ਤਰ੍ਹਾਂ ਪਾਤਸ਼ਾਹ ਜੀ ਕੀ ਅਪਾਰ ਕਿਰਪਾ ਬਖਸ਼ਿਸ਼ ਦਾ ਸਦਕਾ ਅੰਮ੍ਰਿਤ ਵੇਲੇ ਤੋਂ ਲੈ ਕਰਕੇ ਹੀ ਪਾਤਸ਼ਾਹ ਜੀ ਦੇ ਚਰਨਾਂ ਕਮਲਾਂ ਵਿਖੇ ਹਾਜ਼ਰੀਆਂ ਲਵਾ ਰਹੇ ਹੋ ਆਪ ਜੀ। ਅੰਮ੍ਰਿਤ ਵੇਲੇ ਦੇ ਨਿਤਨੇਮ ਉਪਰੰਤ ਪਵਿੱਤਰ ਆਸਾ ਜੀ ਕੀ ਵਾਰ ਕੇ ਸ਼ਬਦ ਕੀਰਤਨ ਸਰਵਣ ਕਰ ਰਹੇ ਸੀ। ਉਪਰੰਤ ਚੱਲ ਰਹੀ ਲੜੀਵਾਰ ਕਥਾ ਮੁਤਾਬਕ ਪਵਿੱਤਰ ਸ਼ਬਦ ਦਾ ਪਾਠ ਸਰਵਣ ਕੀਤਾ ਜੀ। ਆਓ ਮਨੋਬਿਰਤੀਆਂ ਗੁਰੂ ਚਰਨਾਂ ਨਾਲ ਜੋੜਦੇ ਹੋਏ ਗੁਰੂ ਚਰਨਾਂ ਵਿਖੇ ਲਵਾਈਏ ਹਾਜ਼ਰੀਆਂ। ਗੁਰੂ ਕਾ ਬਖਸ਼ਿਆ ਫਤਿਹ ਦਾ ਨਾਅਰਾ ਕਰੀਏ ਬੁਲੰਦ, ਗੱਜ ਕੇ ਆਖੀਏ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਸ਼ਲੋਕ ਮਹਲਾ ਪਹਿਲਾ। ਜਾਂ ਪੱਕਾ ਤਾਂ ਕੱਟਿਆ ਰਹੀ ਸਪੱਲਰ ਵਾੜ, ਸਨ ਕੀ ਸਾਰਾ ਚਿੱਥਿਆ ਕੰਨ ਲਿਆ ਤਨ ਝਾੜ। ਜਾਂ ਪੱਕਾ ਤਾਂ ਕੱਟਿਆ ਰਹੀ ਸਪੱਲਰ ਵਾੜ, ਸਨ ਕੀ ਸਾਰਾ ਚਿੱਥਿਆ ਕੰਨ ਲਿਆ ਤਨ ਝਾੜ। ਦੋਏ ਪੁੜ ਚੱਕੀ ਜੋੜ ਕੇ ਪੀਸਣ ਆਏ ਬੈਠ, ਜੋ ਦਰ ਰਹੇ ਸੋ ਉਬਰੇ ਨਾਨਕ ਅਜਬ ਡਿਠ। ਜੋ ਦਰ ਰਹੇ ਸੋ ਉਬਰੇ ਨਾਨਕ ਅਜਬ ਡਿਠ। ਵਾਹਿਗੁਰੂ। ਇਹ ਪਵਿੱਤਰ ਬਚਨ ਪਹਿਲੇ ਪਾਤਸ਼ਾਹ ਧੰਨ ਧੰਨ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਦੇ ਉਚਾਰਨ ਕੀਤੇ। ਧੰਨ ਧੰਨ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਜਿਸ ਵੇਲੇ ਨਗਰ ਕਰਤਾਰਪੁਰ ਸਾਹਿਬ ਵਿਖੇ ਵਿਰਾਜਮਾਨ ਹਨ, ਇੱਕ ਦਿਨ ਉਹਨਾਂ ਦੇ ਕੋਲ ਕੁਝ ਜ਼ਿਮੀਂਦਾਰ ਕਿਸਾਨ ਆਏ। ਨਮਸਕਾਰ ਕੀਤੀ, ਮੱਥਾ ਟੇਕਿਆ, ਬੇਨਤੀ ਕੀਤੀ, ਪਾਤਸ਼ਾਹ ਸਾਨੂੰ ਵੀ ਕੋਈ ਉਪਦੇਸ਼ ਬਖਸ਼ਿਸ਼ ਕਰੋ, ਜੀਵ ਨੂੰ ਕੀ ਕਰਨਾ ਚਾਹੀਦਾ। ਅਤੇ ਸਤਿਗੁਰੂ ਪਾਤਸ਼ਾਹ ਜੀ ਨੇ ਲਗਭਗ ਹਰੇਕ ਤਰ੍ਹਾਂ ਦਾ ਪੱਖ ਲਿਆ ਉਪਦੇਸ਼ ਦੇਣ ਵਾਸਤੇ। ਜਿਹੋ ਜਿਹਾ ਮਨੁੱਖ ਆਇਆ, ਜਿਹੋ ਜਿਹੀ ਉਹਦੀ ਕਿਰਤ ਹੈ, ਜਿਹੋ ਜਿਹਾ ਕੰਮ ਹੈ, ਸਤਿਗੁਰੂ ਜੀ ਨੇ ਬੜੇ ਸੌਖੇ ਤਰੀਕੇ ਨਾਲ ਉਸੇ ਢੰਗ ਨਾਲ ਸਮਝਾਉਣਾ ਕੀਤਾ। ਹੁਣ ਇਹ ਜ਼ਿਮੀਂਦਾਰ ਕਿਸਾਨ ਹਨ, ਇਹਨਾਂ ਦਾ ਖੇਤੀਬਾੜੀ ਦੇ ਨਾਲ ਵਾਹ ਹੈ, ਅਤੇ ਧੰਨ ਸ਼੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਇਸੇ ਵਿਸ਼ੇ 'ਤੇ ਹੀ ਉਪਦੇਸ਼ ਦੇ ਕੇ ਸਮਝਾਉਣਾ ਕਰਦੇ ਨੇ। ਸ਼ਲੋਕ ਮਹੱਲਾ ਪਹਿਲਾ। ਜਾਂ ਪੱਕਾ ਤਾਂ ਕੱਟਿਆ ਰਹੀ ਸੋ ਪੱਲਰ ਵਾੜ। ਜਿਸ ਤਰ੍ਹਾਂ ਕਣਕ ਦੀ ਫਸਲ ਹੁੰਦੀ ਆ, ਜ਼ਿਮੀਂਦਾਰ ਕਿਸਾਨ ਬੀਜਦਾ ਹੈ, 6 ਮਹੀਨਿਆਂ ਦੇ ਬਾਅਦ ਉਹ ਪੱਕ ਜਾਂਦੀ ਹੈ, ਸੁਨਹਿਰੀ ਹੋ ਜਾਂਦੀ ਹੈ, ਔਰ ਜ਼ਿਮੀਂਦਾਰ ਆਪਣੇ ਮਜ਼ਦੂਰ ਭੇਜਦਾ, ਦਿਹਾੜੀਏ ਭੇਜਦਾ, ਅਤੇ ਜਾ ਕੇ ਉਸ ਕਣਕ ਨੂੰ ਵੱਢ ਦਿੰਦੇ ਹਨ। ਔਰ ਫਿਰ ਖੇਤ ਵਿੱਚ ਕਣਕ ਵੱਢੀ ਜਾਂਦੀ ਹੈ, ਅਤੇ ਜਿਹੜੀ ਵਾੜ ਖੇਤ ਨੂੰ ਕੀਤੀ ਹੁੰਦੀ ਹੈ ਉਹ ਇਕੱਲੀ ਰਹਿ ਜਾਂਦੀ ਹੈ। ਰਹੀ ਸੋ ਪੱਲਰ ਵਾੜ, ਸਨ ਕੀ ਸਾਰਾ ਚਿੱਥਿਆ ਕੰਨ ਲਿਆ ਤਨ ਝਾੜ। ਫਿਰ ਉਸ ਕਣਕ ਨੂੰ ਹੜੰਬੇ ਵਿੱਚ ਪਾ ਕੇ ਚਿੱਥਿਆ ਜਾਂਦਾ, ਜਾਂ ਫਿਰ ਪੱਥਰਾਂ ਦੇ ਨਾਲ ਗਾਹਿਆ ਜਾਂਦਾ, ਅਤੇ ਉਸ ਦੇ ਵਿੱਚੋਂ ਕਣ ਭਾਵ ਦਾਣੇ ਕੱਢ ਲਏ ਜਾਂਦੇ। ਫਿਰ ਉਹਨਾਂ ਦਾਣਿਆਂ ਨੂੰ ਘਰੇ ਲਿਜਾਇਆ ਜਾਂਦਾ, ਅਤੇ ਘਰੇ ਲਿਜਾ ਕਰਕੇ ਉਹਨਾਂ ਦਾਣਿਆਂ ਨੂੰ ਚੱਕੀ ਵਿੱਚ ਪਾਇਆ ਜਾਂਦਾ,
ਤੇ ਚੱਕੀ ਵਿੱਚ ਪਾਉਣ ਤੋਂ ਬਾਅਦ ਉਹ ਦਾਣੇ ਪਿਸ ਜਾਂਦੇ। ਦੋਏ ਪੁੜ ਚੱਕੀ ਜੋੜ ਕੇ ਪੀਸਣ ਆਏ ਬਹਿਠ, ਪਰ ਉਹਨਾਂ ਪਿਸਦੇ ਹੋਏ ਦਾਣਿਆਂ ਦੇ ਵਿੱਚੋਂ ਕੋਈ ਬਚਦਾ ਨਹੀਂ। ਜੇ ਬਚਦਾ ਹੈ ਤੇ ਉਹਦੇ ਪਰਥਾਏ ਲਿਖਦੇ ਹੈ ਗੁਰ ਪਗ ਪ੍ਰੇਮ ਸੋ ਕੀਲਕਾ। ਉਦਾਹਰਨ ਪਹਿਲਾਂ ਆਪਾਂ ਉਦਾਹਰਨ ਪੜ੍ਹ ਰਹੇ ਹਾਂ ਫਸਲ ਦੀ, ਫਿਰ ਸਾਡੇ ਸਰੀਰ 'ਤੇ ਲਾ ਕੇ ਗੱਲ ਕਰਦੇ ਆ। ਜਿਸ ਵੇਲੇ ਮਾਤਾ ਦੋ ਪੱਥਰਾਂ ਦੀ ਉਹ ਚੱਕੀ ਦੇ ਵਿੱਚ ਵਿਚਾਲੇ ਦਾਣੇ ਪਾ ਕਰਕੇ ਚੱਕੀ ਨੂੰ ਘੁਮਾਉਂਦੀ ਹੈ ਤੇ ਸਾਰੇ ਦਾਣੇ ਘੁੰਮ ਕੇ ਪੱਥਰਾਂ ਦੇ ਵਿਚਾਲੇ ਜਾ ਰਹੇ ਨੇ ਔਰ ਪਿਸਦੇ ਜਾ ਰਹੇ ਹੈ। ਤੇ ਇੱਕ ਦਿਨ ਕਬੀਰ ਸਾਹਿਬ ਜੀ ਨਾਲ ਵੀ ਇਹ ਘਟਨਾ ਵਰਤੀ। ਘਰ ਵਿੱਚ ਬੈਠੇ ਆ, ਮਾਤਾ ਨੇ ਜਾਂ ਲੋਈ ਜੀ ਨੇ ਚੱਕੀ ਝੋਈ ਆ, ਦਾਣੇ ਪੀਸੇ ਆ, ਦੂਰ ਬੈਠੇ ਦੇਖ ਰਹੇ ਨੇ। ਹੁਣ ਜਿਹੜਾ ਹੁੰਦਾ ਪਰਮੇਸ਼ਰ ਦਾ ਪਿਆਰਾ, ਉਹਦੇ ਮਨ ਵਿੱਚ ਬੜੀ ਦਇਆ ਆਉਂਦੀ ਹੈ। ਉਹ ਜਿੱਥੇ ਜੀਵ ਜੰਤੂਆਂ ਉੱਤੇ ਦਇਆ ਕਰਦਾ ਹੈ, ਉਹਨੂੰ ਗੁਰੂ ਪਿਆਰਿਓ ਇਸ ਜੜ ਦੇ ਵਿੱਚ ਵੀ ਦਇਆ ਆਉਂਦੀ ਹੈ। ਦਾਣਿਆਂ ਦੇ ਉੱਤੇ ਦਇਆ ਆਈ। ਕਬੀਰ ਸਾਹਿਬ ਜੀ ਵੇਖ ਕੇ ਉਹਨਾਂ ਦਾ ਬਚਨ ਹੈ, ਉਹਨਾਂ ਦੇ ਗ੍ਰੰਥ ਚੌਰਾ ਗ੍ਰੰਥ ਹੈ ਉਹਨਾਂ ਦਾ, ਉਹਦੇ ਵਿੱਚ ਚਲਤੀ ਚਾਕੀ ਦੇਖ ਕੇ ਦਿਆ ਕਬੀਰਾ ਰੋਏ, ਦੋ ਪਾਟੋਂ ਕੇ बीच में ਸਾਬਤ ਬਚਾ ਨਾ ਕੋਈ। ਚਲਦੀ ਹੋਈ ਚੱਕੀ ਦੇਖ ਕੇ ਕਬੀਰ ਸਾਹਿਬ ਨੂੰ ਬੜਾ ਦੁੱਖ ਹੋਇਆ ਵੀ ਦੋਨਾਂ ਪੱਥਰਾਂ ਦੇ ਵਿਚਾਲੇ ਜਿੰਨੇ ਦਾਣੇ ਪਾਏ ਜਾ ਰਹੇ ਨੇ ਸਾਰੇ ਆਟਾ ਬਣ ਕੇ ਪਿਸਦੇ ਜਾ ਰਹੇ ਨੇ। ਫਿਰ ਕੋਲੇ ਆਏ ਚੱਕੀ ਦੇ ਉੱਠ ਕੇ, ਤੇ ਜਿੱਥੇ ਦਾਣੇ ਪਾਏ ਜਾ ਰਹੇ ਸੀ ਉੱਥੋਂ ਵੇਖਿਆ ਵੀ ਸਾਰੇ ਪਿਸ ਰਹੇ ਆ। ਤਾਂ ਕੁਝ ਦਾਣੇ ਬਚ ਗਏ। ਕਿਹੜੇ ਭਲਾ? ਜਿਹੜੇ ਕਿੱਲੀ ਦੇ ਕੋਲੇ ਖੜ ਕੇ ਗਾਹਾਂ ਨਹੀਂ ਗਏ। ਕਹੋ ਸਤਨਾਮ ਸ੍ਰੀ। ਭਾਈ ਸਾਹਿਬ ਜੀ ਲਿਖਦੇ ਹਨ, ਸੰਤੋਖ ਸਿੰਘ ਜੀ ਕਵੀ ਇਤਿਹਾਸਕ ਪ੍ਰਮਾਣ ਦਿੰਦੇ ਨੇ ਇਸੇ ਵਿਸ਼ੇ 'ਤੇ, ਗੁਰਪਗ ਪ੍ਰੇਮ ਸੋ ਕੀਲਕਾ ਮਨ ਦਾਣੋ ਢਿੱਗ ਕੀਨ। ਗੁਰੂ ਦੇ ਚਰਨ ਕਿੱਲੀ ਹੈ ਤੇ ਮਨ ਸਾਡਾ ਦਾਣਾ ਹੈ ਇੱਕ। ਜੇ ਕਿਤੇ ਸਾਡਾ ਮਨ ਗੁਰੂ ਦੇ ਚਰਨਾਂ ਰੂਪੀ ਕਿੱਲੀ ਦੇ ਕੋਲ ਹੀ ਖੜ ਜਾਵੇ, ਮੋਹ ਆਦਿਕ ਪਟ ਭਿੜਤ ਹੈ ਰਾਖੇਂਗੇ ਲੱਖ ਦੀਨ। ਜੇ ਇਹਦੀ ਛੰਨ ਵਿੱਚ ਆ ਜਾਵੇ ਸਾਡਾ ਮਨ, ਤੇ ਆਪਣਾ ਨਿਮਾਣਾ ਜਾਣ ਕੇ ਗੁਰੂ ਇਸ ਸੰਸਾਰ ਰੂਪੀ ਜੰਮਣ ਮਰਨ ਦੇ ਪੱਥਰਾਂ ਦੀ ਚੱਕੀ ਵਿੱਚੋਂ ਬਚਾ ਲੈਣਗੇ। ਕਹੋ ਸਤਨਾਮ ਸ੍ਰੀ। ਤਾਂ ਹੁਣ ਗੁਰੂ ਪਿਆਰਿਓ ਗੱਲ ਕੀਤੀ ਆਪਾਂ ਫਸਲ ਦੀ, ਕਣਕ ਦੀ। ਇਸੇ ਤਰ੍ਹਾਂ ਹੀ ਧੰਨ ਧੰਨ ਸ਼੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਉਪਦੇਸ਼ ਦਿੰਦੇ ਹੋਏ ਕਹਿੰਦੇ ਹਨ, ਇਹ ਜੀਵ ਦੁਨੀਆ ਵਿੱਚ ਆਇਆ, ਇਸ ਨੂੰ ਮਾਨਸ ਜਾਮਾ ਮਿਲਿਆ। ਬਚਪਨ ਤੋਂ ਜਵਾਨੀ, ਜਵਾਨੀ ਤੋਂ ਬੁਢਾਪਾ। ਪਰ ਕੋਈ ਜ਼ਰੂਰੀ ਨਹੀਂ ਵੀ ਕਣਕ ਜਦ ਪੱਕੀ ਜਾਂਦੀ ਆ ਉਦੋਂ ਹੀ ਵੱਢੀ ਜਾਂਦੀ ਆ। ਉਸ ਪੱਕੀ ਹੋਈ ਕਣਕ ਦੇ ਵਿੱਚ ਕੁਝ ਹਰੇ ਪੌਦੇ ਰਹਿ ਜਾਂਦੇ ਨੇ, ਜ਼ਿਆਦਾ ਪਾਣੀ ਮਿਲਣ ਕਰਕੇ ਉਹ ਨਾਲ ਪੱਕਦੇ ਨਹੀਂ, ਕੱਚੇ ਰਹਿ ਜਾਂਦੇ ਆ, ਤੇ ਉਹਨਾਂ ਨੂੰ ਵੀ ਜ਼ਿਮੀਂਦਾਰ ਨਾਲ ਹੀ ਵੱਢ ਦਿੰਦਾ। ਇਸੇ ਤਰ੍ਹਾਂ ਹੀ ਚਲੋ ਕਣਕ ਤਾਂ 80% 90% ਪਕਾ ਕੇ ਹੀ ਵੱਢਦੇ ਆ, ਪਰ ਸਾਡੀ ਜ਼ਿੰਦਗੀ ਦਾ ਤਾਂ ਕੋਈ ਪਤਾ ਨਹੀਂ ਕਿ ਬੁੱਢਾ ਹੋਵੇ ਕਿ ਨਾ ਹੋਵੇ। ਕੋ ਸਤਨਾਮ ਸ੍ਰੀ। ਸਾਡਾ ਤਾਂ ਕੋਈ ਪਤਾ ਨਹੀਂ ਅਸੀਂ ਬੁਢਾਪੇ ਤੱਕ ਪਹੁੰਚੀਏ ਕਿ ਨਾ ਪਹੁੰਚੀਏ। ਹਮ ਆਦਮੀ ਹਾਂ ਇੱਕਦਮੀ, ਮੋਹਲਤ ਮੋਹਤ ਨ ਜਾਣਾ। ਨਾਨਕ ਬਿਨਵੈ ਤਿਸੈ ਸਰੇਵੋ ਜਾ ਕੇ ਜੀ ਪ੍ਰਾਣਾ। ਨਾਨਕ ਬੇਨਤੀ ਕਰਦਾ, ਆਓ ਉਹਨੂੰ ਯਾਦ ਕਰੀਏ ਜਿਹਨੇ ਸੁੰਦਰ ਸਰੀਰ ਜੀਵ ਨੂੰ ਦੇਣਾ ਕੀਤਾ ਔਰ ਨਾਲ ਪ੍ਰਾਣ ਦੇਣੇ ਕੀਤੇ, ਸਵਾਸ ਦੇਣੇ ਕੀਤੇ। ਤਾਂ ਹੁਣ ਗੱਲ ਕਰੀਏ, ਧੰਨ ਗੁਰੂ ਨਾਨਕ ਦੇਵ ਮਹਾਰਾਜ ਜੀ ਕਹਿੰਦੇ, ਜਿਸ ਵੇਲੇ ਇਹ ਜੀਵ ਦਾ ਮੌਤ ਦਾ ਸਮਾਂ ਆ ਗਿਆ, ਜਾਂ ਪੱਕਾ ਤਾਂ ਕੱਟਿਆ, ਰਹੀ ਸੋ ਪੱਲਰਵਾੜ ਕੱਟਿਆ, ਪਰਿਵਾਰ ਨਾਲੋਂ ਇਹਨੂੰ ਕੱਟ ਦਿੱਤਾ ਗਿਆ। ਜਿਹੜੇ ਇਸ ਨੂੰ ਆਪਣਾ ਕਹਿੰਦੇ ਸੀਗੇ, ਕਾਕੋ ਮਾਤ ਪਿਤਾ ਸੋ ਧੀਆ। ਕੌਣ ਕਿਹਦਾ ਹੈ ਇੱਥੇ? ਕੋਈ ਕਿਸੇ ਦਾ ਨਹੀਂ। ਉਦੋਂ ਪਤਾ ਲੱਗੂ ਜਿੱਦੇ ਮੌਤ ਹੋਈ ਉਦੋਂ ਨੇ ਇਕੱਲਾ ਹੀ ਰਹਿ ਜਾਣਾ। ਦੇਹੁਰੀ ਬੈਠੀ ਮੇਹਰੀ ਰੋਵੇ, ਖਟੀਆ ਲੈ ਗਏ ਭਾਈ। ਤੇ ਜਿਹੜੇ ਚਾਰ ਭਰਾ ਚੱਕ ਕੇ ਮੋਢਿਆਂ 'ਤੇ ਲੈ ਜਾਣਗੇ। ਘਰ ਵਾਲੀ ਜਿਹੜੀ ਕਹਿੰਦੀ ਸੀ ਤੇਰੇ ਬਿਨਾਂ ਮੇਰਾ ਸਰਦਾ ਹੀ ਨਹੀਂ ਗਾ, ਉਹ ਵੀ ਦੇਹਲੀ ਤੋਂ ਗਾਹਾਂ ਨਹੀਂ ਜਾ ਸਕਦੀ। ਹੁਣ ਕਹੋ ਸਤਨਾਮ, ਭਾਵ ਨਾਲ ਨਹੀਂ ਜਾ ਸਕਦੀ। ਤਾਂ ਖੈਰ
ਸਤਿਗੁਰੂ ਨਾਨਕ ਦੇਵ ਮਹਾਰਾਜ ਜੀ ਸੰਸਾਰ ਨੂੰ ਉਦਾਹਰਨ ਦਿੰਦੇ ਹੋਏ ਸਮਝਾਉਂਦੇ ਹਨ, ਜਾਂ ਪੱਕਾ ਤਾਂ ਕੱਟਿਆ ਰਹੀ ਸੋ ਪੱਲਰ ਵਾੜ। ਜਿਸ ਵੇਲੇ ਕਣਕ ਵੱਢ ਲਈ, ਕਣਕ ਦੇ ਦੁਆਲੇ ਜਿਹੜੀ ਵਾੜ ਕੀਤੀ ਸੀ, ਹੁਣ ਜਾਂ ਤਾਂ ਉਹ ਰਹਿ ਗਈ ਅਤੇ ਜਾਂ ਖਾਲੀ ਖੇਤ ਰਹਿ ਗਿਆ। ਅਤੇ ਜਿਸ ਵੇਲੇ ਸ਼ਮਸ਼ਾਨ ਘਾਟ ਵਿੱਚ ਲੈ ਗਏ ਅਤੇ ਅਸੀਂ ਜਿਹੜੀ ਉਹਦੀ ਵਾੜ ਸੀ ਜੀਵ ਦੀ, ਜਿਹਦੇ ਨਾਲ ਸਾਡੇ ਸੰਬੰਧ ਜੁੜੇ ਹੋਏ ਸਨ, ਅਸੀਂ ਉਹਦੀ ਵਾੜ ਸੀਗੇ। ਅਤੇ ਪਰ ਹੁਣ ਤਾਂ ਸ਼ਮਸ਼ਾਨ ਘਾਟ ਦੇ ਵਿੱਚ ਚਿਖਾ ਦੇ ਉੱਤੇ ਰੱਖ ਦਿੱਤਾ ਸਰੀਰ ਨੂੰ, ਅਤੇ ਸਰੀਰ ਦੇ ਵਿੱਚੋਂ ਕੰਨ ਲਿਆ, ਧਨ ਝਾੜ ਜੀਵ ਆਤਮਾ ਨੂੰ ਕੱਢ ਲਿਆ ਅਗਲੇ ਨੇ। ਅਤੇ ਅਸੀਂ ਚਾਰ ਛਪੇਰੇ ਘੇਰਾ ਘੱਟ ਕੇ ਜਿਹੜਾ ਖੜ੍ਹ ਜਾਂਦੇ ਹਾਂ, ਉਹਨੂੰ ਕਹਿੰਦੇ ਆ ਵਾੜ। ਅਤੇ ਵਾੜ ਹੁਣ ਕੁਛ ਕਰ ਨਹੀਂ ਸਕਦੀ ਜਦੋਂ ਜੀਵ ਨੂੰ ਵੱਢ ਲਿਆ ਗਿਆ, ਪੱਕਿਆ ਗਿਆ, ਕੱਟ ਲਿਆ ਗਿਆ। ਜਾਂ ਪੱਕਾ ਤਾਂ ਕੱਟਿਆ ਰਹੀ ਸੋ ਪੱਲਰ ਵਾੜ। ਹੁਣ ਵਾੜ ਜਿਵੇਂ ਉਹ ਫਸਲ ਨੂੰ ਹੁਣ ਨਹੀਂ ਬਚਾ ਸਕਦੀ ਜਦੋਂ ਪੱਕ ਗਈ, ਇਸੇ ਤਰ੍ਹਾਂ ਹੀ ਜਦੋਂ ਸਮਾਂ ਮਨੁੱਖ ਦਾ ਆ ਗਿਆ, ਆਖਰੀ ਸਮਾਂ ਆ ਗਿਆ ਮੌਤ ਦਾ, ਫਿਰ ਜਿਹੜੇ ਇਸ ਨੂੰ ਆਪਣਾ ਕਹਿੰਦੇ ਹਨ ਉਹ ਇਸ ਨੂੰ ਬਚਾ ਨਹੀਂ ਸਕਦੇ। ਅਤੇ ਫਿਰ ਇਹ ਜੀਵ ਆਤਮਾ ਦੀ ਗੱਲ ਕਰੀਏ, ਕਹਾਂ ਸੂਖਮ ਸਰੀਰ ਸਨ ਕੀ ਸਾਰਾ ਚਿੱਥਿਆ, ਕੰਨ ਲਿਆ ਤਨ ਝਾੜ। ਇਹ ਸਰੀਰ ਦੇ ਵਿੱਚੋਂ ਜਿਹੜਾ ਹੈ ਗੁਰੂ ਪਿਆਰਿਓ, ਕੰਨ ਭਾਵ ਜੀਵ ਆਤਮਾ ਉਹ ਕੱਢ ਲਈ ਗਈ ਵਿੱਚੋਂ, ਸੂਖਮ ਸਰੀਰ ਕੱਢ ਲਿਆ ਗਿਆ। ਫਿਰ ਅੱਗੇ ਜਾ ਕੇ ਇਸ ਨੂੰ ਫਿਰ ਹਿਸਾਬ ਕਿਤਾਬ ਹੁੰਦਾ ਹੈ, ਹਿਸਾਬ ਕਿਤਾਬ ਕੀਤਾ ਜਾਂਦਾ ਹੈ। ਸਨ ਕੀ ਸਾਰਾ, ਇਹਦੇ ਕਰਮ ਵੀ ਨਾਲ ਚਲੇ ਜਾਂਦੇ ਆ। ਜਿਸ ਤਰ੍ਹਾਂ ਕਣਕ ਨੂੰ ਗਾਹਿਆ ਜਾਂਦਾ ਹੈ, ਜਿੱਥੇ ਕਣਕ ਦਾ ਨਾੜ ਗਾਹਿਆ ਜਾਂਦਾ ਹੈ, ਜਿੱਥੇ ਉਹਦੀਆਂ ਬੱਲੀਆਂ ਗਾਹੀਆਂ ਜਾਂਦੀਆਂ, ਉੱਥੇ ਕਸੀਰ ਜਿਹੜੇ ਨਾਲ ਲੱਗੇ ਹੁੰਦੇ ਆ ਉਹ ਵੀ ਨਾਲ ਹੀ ਗਾਹੇ ਜਾਂਦੇ ਆ। ਉਸੇ ਤਰ੍ਹਾਂ ਹੀ ਜਦੋਂ ਜੀਵ ਆਤਮਾ ਨੂੰ ਸਰੀਰ 'ਚੋਂ ਕੱਢ ਕੇ ਲਿਜਾਇਆ ਜਾਂਦਾ ਹੈ, ਤਾਂ ਇਸ ਦੇ ਕਰਮ ਵੀ ਨਾਲ ਲੈ ਕੇ ਜਾਏ ਜਾਂਦੇ ਆ। ਕਰਮੀ ਆਪੋ ਆਪਣੀ ਕਿ ਨੇੜੇ ਕੇ ਦੂਰ ਦੇ ਮਹਾਵਾਕ ਅਨੁਸਾਰ। ਕਹਿੰਦੇ ਫਿਰ ਇਸ ਨੂੰ ਚਿੱਥਣਾ ਭਾਵ ਹਿਸਾਬ ਕਿਤਾਬ ਕਰਨਾ। ਫਿਰ ਇਸ ਨੂੰ ਵੇਖਿਆ ਜਾਂਦਾ ਇਹਨੇ ਕਿੰਨੇ ਚੰਗੇ ਅਤੇ ਕਿੰਨੇ ਮਾੜੇ ਕਰਮ ਕੀਤੇ ਹਨ, ਉਹਨਾਂ ਦੇ ਹਿਸਾਬ ਨਾਲ ਜੇ ਪਰਮੇਸ਼ਰ ਦਾ ਨਾਮ ਜਪਿਆ ਅਤੇ ਪਰਮੇਸ਼ਰ ਦੇ ਘਰ ਚਲਿਆ ਜਾਂਦਾ ਜੀਵ। ਜੇ ਪਾਪ ਜਾਂ ਪੁੰਨ ਦੋ ਤਰ੍ਹਾਂ ਦੇ ਕਰਮ ਕੀਤੇ ਹੈ, ਉਹਨਾਂ ਨੂੰ ਭੋਗਣ ਵਾਸਤੇ ਦੁਬਾਰਾ ਮਾਤਲੋਕ ਦੇ ਵਿੱਚ ਆਉਣਾ ਪੈਂਦਾ। ਕਿੱਥੇ ਆ ਗਿਆ ਹੁਣ ਉਹ ਦਾਣਾ, ਉਹ ਜੀਵ ਆਤਮਾ ਉਹ ਕਿੱਥੇ ਆ ਗਈ? ਦੋਏ ਪੁੜ ਚੱਕੀ ਜੋੜ ਕੇ ਪੀਸਣ ਆਏ ਬਹਿਠ। ਇਹ ਆਕਾਸ਼ ਅਤੇ ਧਰਤੀ ਇਹ ਵੀ ਇੱਕ ਚੱਕੀ ਹੈ, ਜੰਮਣਾ ਮਰਨਾ ਇਹ ਵੀ ਇੱਕ ਚੱਕੀ ਹੈ। ਇਹਦੇ ਵਿੱਚ ਫਿਰ ਜੀਵ ਆ ਗਿਆ, ਇਹਦੇ ਵਿੱਚ ਆ ਕਰਕੇ ਫਿਰ ਇਸ ਨੂੰ ਪੀਸਿਆ ਜਾ ਰਿਹਾ। ਹੁਣ ਆਪਾਂ ਮਨੁੱਖ ਬਣ ਕੇ ਆ ਗਏ। ਕਈ ਜਨਮ ਪਏ ਕੀਟ ਪਤੰਗਾ, ਕਈ ਜਨਮ ਗਜ ਮੀਨ ਕੁਰੰਗਾ, ਕਈ ਜਨਮ ਪੰਖੀ ਸਰਪ ਹੋਇਓ, ਕਈ ਜਨਮ ਹੈਵਰ ਬਿਰਖ ਜੋਇਓ। ਮਿਲ ਜਗਦੀਸ਼ ਮਿਲਨ ਕੀ ਬਰੀਆ, ਚਿਰੰਕਾਲੇ ਦੇਹ ਸੰਜਰੀਆ। ਇਸ ਤਰ੍ਹਾਂ ਅਸੀਂ ਹੁਣ ਆ ਗਏ ਚੱਕੀ ਦੇ ਵਿੱਚ। ਇਹ ਕਾਲ ਦੀ ਚੱਕੀ ਆ। ਹੁਣ ਕਾਲ ਦੀ ਚੱਕੀ ਵਿੱਚ ਆ ਕੇ ਲਗਭਗ ਸਾਰੇ ਜੀਵ ਹੀ ਪਿਸਦੇ ਜਾ ਰਹੇ ਨੇ। ਕਰਮੀ ਆਪੋ ਆਪਣੀ ਕਿ ਨੇੜੇ ਕੇ ਦੂਰ। ਕਰਮਾਂ ਦਾ ਫਲ ਭੋਗਣ ਵਾਸਤੇ ਇਹ ਜੀਵ ਨੂੰ ਦੁਨੀਆ ਵਿੱਚ 84 ਲੱਖ ਜੋਨਾਂ ਵਿੱਚ ਪਾਇਆ ਜਾਂਦਾ ਹੈ। ਪਰ ਇੱਕ ਸਭ ਤੋਂ ਉੱਤਮ ਜਨਮ ਹੈ ਮਾਨਸ ਜਾਮਾ, ਜਿਹਦੇ ਵਿੱਚ ਤੁਸੀਂ ਚੱਕੀ ਵਿੱਚ ਪਿਸਣ ਤੋਂ ਬਚ ਵੀ ਸਕਦੇ ਹੋ। ਬਾਕੀ ਜੀਵ ਤਾਂ ਪਿਸ ਰਹੇ ਆ, ਉਹ ਤਾਂ ਆਪਣੇ ਕੀਤੇ ਹੋਏ ਕਰਮਾਂ ਦਾ ਫਲ ਭੋਗ ਰਹੀ ਹੈ 84 ਲੱਖ ਜੋਨ। ਤੁਹਾਨੂੰ ਇੱਕ ਆਫਰ ਦਿੱਤੀ ਗਈ ਹੈ ਵੀ ਜੇ ਤੂੰ ਚਾਹੇ ਤਾਂ ਚੱਕੀ 'ਚੋਂ ਨਿਕਲ ਵੀ ਸਕਦਾ ਹੈ। ਕਹੋ ਸਤਨਾਮ ਸ੍ਰੀ। ਇਹ ਹੁਣ ਤੇਰੀ ਮਰਜ਼ੀ ਹੈ, ਤੂੰ ਬਚਣਾ ਕਿ ਨਹੀਂ ਬਚਣਾ। ਜੇ ਤੂੰ ਬਚਣਾ ਤਾਂ ਜੋ ਦਰ ਰਹਿ ਸੋ ਉਭਰੇ। ਜਿਹੜੇ ਗੇਟ 'ਤੇ ਹੀ ਖੜ੍ਹ ਗਏ, ਉਹ ਵਿਚਾਲੇ ਮੋਰਾ ਹੁੰਦਾ ਨਾ ਜਿੱਥੋਂ ਦੀ ਮਾਤਾ ਚੱਕੀ ਵਿੱਚ ਦਾਣੇ ਪਾਉਂਦੀ ਆ। ਅੱਜ ਕੱਲ੍ਹ ਚਲੋ ਬਿਜਲੀ ਦੀਆਂ, ਪਹਿਲਾਂ ਪੱਥਰ ਦੀਆਂ ਹੁੰਦੀਆਂ ਸੀ, ਪਰ ਸਿਸਟਮ ਉਹੀ ਹੈ। ਬਿਜਲੀ ਵਾਲੀ ਚੱਕੀ ਵਿੱਚ ਵੀ 2 ਪੱਥਰ ਹੈ, ਉਹ ਵੀ ਉਸੇ ਤਰ੍ਹਾਂ ਪਿਸਦੇ ਆ। ਤਾਂ ਜਿੱਥੋਂ ਦਾਣੇ ਪਾਈ ਜਾਂਦੇ ਹਨ, ਉੱਥੇ ਗੁਰੂ ਪਿਆਰਿਓ ਕਿੱਲੀ ਲੱਗੀ ਹੈ ਵਿਚਾਲੇ ਇੱਕ।
ਜਿਹੜੇ ਦਾਣੇ ਕਿੱਲੀ ਦੇ ਪੈਰ ਵਿੱਚ ਹੀ ਖੜ ਕੇ ਉੱਥੇ ਘੁੰਮਣ ਲੱਗ ਪਏ, ਉਹ ਪਿਸਣ ਤੋਂ ਬਚ ਗਏ। ਤੇ ਆਪਾਂ ਜਿਹੜੇ ਗੁਰੂ ਦੇ ਚਰਨਾਂ ਦੀ ਕਿੱਲੀ ਨਾਲ ਖੜ ਗਏ, ਉਹ ਬਚ ਜਾਣਗੇ। ਕਹੋ ਸਤਨਾਮ ਸ੍ਰੀ। ਉਦਾਹਰਨ ਜ਼ਿਮੀਂਦਾਰਾਂ ਨੂੰ, ਕਿਸਾਨਾਂ ਨੂੰ ਸਮਝਾਉਂਦੇ ਹੋਏ ਧੰਨ ਗੁਰੂ ਨਾਨਕ ਦੇਵ ਜੀ ਕਰਤਾਰਪੁਰ ਸਾਹਿਬ ਬੈਠੇ ਦੇ ਰਹੇ ਨੇ। ਕਹਿੰਦੇ ਜੋ ਦਰ ਰਹੇ ਸੋ ਉਭਰੇ, ਨਾਨਕ ਅਜਬ ਡਿੱਠ ਮੈਂ ਅਨੋਖਾ ਕੌਤਕ ਦੇਖ ਰਿਹਾ। ਬਈ ਲਗਭਗ ਸਾਰੇ ਜਾਣ ਬੁੱਝ ਕੇ ਚੱਕੀ ਵਿੱਚ ਫਸਦੇ ਆ, ਜਾਣ ਬੁੱਝ ਕੇ। ਕਬੀਰ ਸਾਹਿਬ ਇੱਕ ਪਾਤਸ਼ਾਹ ਦਾ ਬਚਨ ਹੈ, ਮਨ ਜਾਣਤ ਸਭ ਬਾਤ, ਜਾਣਤ ਹੀ ਔਗਣ ਕਰੇ। ਨਾਲੇ ਪਤਾ ਹੈ ਪਰ ਜਾਣ ਬੁੱਝ ਕੇ ਫਿਰ ਗਲਤੀਆਂ ਕਰਦਾ। ਮਨ ਜਾਣਤ ਸਭ ਬਾਤ, ਜਾਣਤ ਹੀ ਔਗਣ ਕਰੇ। ਕਾਹੇ ਕੀ ਕੁਸਲਾਤ, ਇਹਦੀ ਕੀ ਸੁੱਖ ਮੰਨੀਏ। ਕੁਸ਼ਲ ਹੁੰਦਾ ਹੈਗਾ, ਸੁਖੀ ਆ। ਕਾਹੇ ਕੀ ਕੁਸਲਾਤ, ਇਹਦੀ ਕੀ ਸੁੱਖ ਮੰਨੀਏ। ਜਾਣਦਾ ਹੋਇਆ ਗਲਤੀਆਂ ਕਰਦਾ। ਕਹੋ ਸਤਨਾਮ ਸ੍ਰੀ। ਹਜੇ ਅਣਜਾਣ ਨੂੰ ਤਾਂ ਬਚਾਇਆ ਜਾ ਸਕਦਾ ਹੈਗਾ, ਬਖਸ਼ਿਆ ਜਾ ਸਕਦਾ। ਹੋਰ ਇਹ ਜਾਣ ਬੁੱਝ ਕੇ ਗਲਤੀਆਂ ਕਰੇ ਤੇ ਫਿਰ ਮਾੜੀ ਗੱਲ ਹੈ ਨਾ। ਮਨ ਜਾਣਤ ਸਭ ਬਾਤ, ਜਾਣਤ ਹੀ ਔਗਣ ਕਰੇ। ਕਾਹੇ ਕੀ ਕੁਸਲਾਤ, ਹਾਥ ਦੀਪਕ ਕੂਏ ਪਰੇ। ਹੱਥ ਵਿੱਚ ਦੀਵਾ ਲੈ ਕੇ ਖੁੱਝ ਡਿੱਗੇ ਤੇ ਫਿਰ ਉਹਨੂੰ ਕਿਹੜਾ ਬਚਾਵੇ ਬਈ। ਸੁੱਤੇ ਹੋਏ ਨੂੰ ਜਗਾਇਆ ਜਾ ਸਕਦਾ, ਜੇ ਜਾਗਦਾ ਹੋਇਆ ਸੌਣ ਦਾ ਪਖੰਡ ਕਰੇ ਤੇ ਉਹਨੂੰ ਕੌਣ ਜਗਾਵੇ। ਸੁੱਤੇ ਹੋਏ ਨੂੰ ਜਗਾਇਆ ਜਾ ਸਕਦਾ, ਜਾਗਦਾ ਹੋਇਆ ਸੌਣ ਦੇ ਬਹਾਨੇ ਬਣਾਵੇ, ਉਹਨੂੰ ਕੋਈ ਜਗਾ ਨਹੀਂ ਸਕਦਾ। ਫਿਰ ਮੇਰੇ ਪ੍ਰੀਤਮ ਜੀ ਕਹਿੰਦੇ, ਮੈਂ ਅਨੋਖੀ ਗੱਲ ਦੇਖ ਰਿਹਾ ਕਿ ਇਹ ਸਾਰੀ ਦੁਨੀਆ ਇਹ ਕਾਲ ਦੀ ਚੱਕੀ ਵਿੱਚ ਪਿਸਦੀ ਜਾ ਰਹੀ ਹੈ, ਪਰ ਕੁਝ ਬਚ ਗਏ ਜਿਹੜੇ ਗੁਰੂ ਦੇ ਚਰਨਾਂ ਰੂਪੀ ਕਿੱਲੀ ਨਾਲ ਜੁੜ ਗਏ। ਕਹੋ ਸਤਨਾਮ ਸ੍ਰੀ। ਨਾਨਕ ਅਜਬ ਡਿੱਠ ਮਹੱਲਾ ਪਹਿਲਾ। ਫਿਰ ਇੱਕ ਦਿਨ ਇਸੇ ਤਰ੍ਹਾਂ ਪੁਆਧ ਦੇ ਇਲਾਕੇ ਦੇ ਲੋਕ ਆਏ। ਆ ਪੁਆਧ ਦਾ ਇਲਾਕਾ ਆ ਹੈ ਚੰਡੀਗੜ੍ਹ, ਰੋਪੜ, ਪਟਿਆਲਾ, ਇੱਧਰ ਨੂੰ ਇਹ ਪੁਆਧ ਦਾ ਇਲਾਕਾ ਹੈ। ਇਸ ਇਲਾਕੇ 'ਚ ਗੰਨਾ ਬਹੁਤਾ ਹੁੰਦਾ ਹੈ। ਜਿਹੜੇ ਇਲਾਕੇ 'ਚ ਗੰਨਾ ਜ਼ਿਆਦਾ ਹੁੰਦਾ ਹੈ, ਉੱਥੋਂ ਦੇ ਜ਼ਿਮੀਂਦਾਰ ਆਏ ਅਤੇ ਜਾਨੀ ਜਾਨ ਸਤਿਗੁਰ ਨੂੰ ਕਹਿਣ ਲੱਗੇ, ਮਹਾਰਾਜ ਸਾਡੇ ਬਾਰੇ ਵੀ ਕੁਝ ਦੱਸੋ। ਕਹੇ ਤੁਸੀਂ ਵੀ ਸੁਣ ਲਓ, ਗੰਨਾ ਬੀਜਦੇ ਹੋ? ਕਹਿੰਦੇ ਹਾਂਜੀ। ਮਹੱਲਾ ਪਹਿਲਾ। ਵੇਖ ਜੇ ਮਿੱਠਾ ਕੱਟਿਆ। ਤੁਸੀਂ ਫਿਰ ਜਦ ਗੰਨਾ ਪੱਕ ਜਾਂਦਾ ਹੈ, ਉਹਨੂੰ ਵੱਢ ਲੈਂਦੇ ਹੋ ਵੀ ਰਸ ਭਰ ਗਿਆ। ਕੱਟ ਕੁੱਟ ਬੱਧਾ ਪਾਏ। ਉਹਨੂੰ ਕੱਟ ਕੇ ਪਹਿਲਾਂ ਜੜ੍ਹਾਂ 'ਚੋਂ ਕੱਟਦੇ ਆ, ਫਿਰ ਬਾਹਰ ਲਿਆ ਕੇ ਛਾਂਟੀ ਕਰਦੇ ਆ, ਉੱਤੋਂ ਉਹਦੇ ਕੋਆ ਵਗੈਰਾ ਅਲੱਗ ਕਰ ਦਿੰਦੇ ਆ, ਅਤੇ ਫਿਰ ਉਸ ਦੇ ਐਡੇ ਐਡੇ ਗੱਠੇ ਬਣਾ ਲੈਂਦੇ ਆ। ਕਿਉਂਕਿ ਜਿਹੜੀ ਰਸ ਪੀਣ ਵਾਲੀ ਛੋਟੀ ਜਿਹੀ ਘਲਾੜੀ ਜਿੱਥੋਂ ਆਪਾਂ ਰਸ ਪੀਂਦੇ ਹਾਂ, ਉੱਥੇ ਇੱਕੋ ਹੀ ਗੰਨਾ ਪਾਇਆ ਜਾਂਦਾ ਹੈ। ਪਰ ਜਿਹੜੀ ਉਹ ਘਲਾੜੀ ਆ ਵੱਡੀ, ਉਹਦੇ ਵਿੱਚ 15-20 ਬੰਨ੍ਹ ਕੇ ਇਕੱਠੇ ਪਾਏ ਜਾਂਦੇ ਆ। ਕਹੋ ਸਤਨਾਮ ਸ੍ਰੀ। ਕਹਿੰਦੇ ਕੱਟ ਕੁੱਟ ਬੱਧਾ ਪਾਏ। ਪਾਏ ਦਾ ਮਤਲਬ ਹੈ ਗੱਠੇ। ਉਹਦੇ ਗੱਠੇ ਬਣ ਲਏ 15-15, 20-20, 50-50 ਗੰਨਿਆਂ ਦੇ ਇਕੱਠੇ, ਗਠੜੀਆਂ ਬਣ ਲਈਆਂ ਐਡੀਆਂ ਐਡੀਆਂ। ਕੱਟ ਕੁੱਟ ਬੱਧਾ ਪਾਏ ਅਤੇ ਫਿਰ ਖੁੰਡਾ ਅੰਦਰ ਰੱਖ ਕੇ ਬੇਲਣਾ। ਪਹਿਲਾਂ ਲੱਕੜ ਦੇ ਬੇਲਣੇ ਬਣਾਏ ਗਏ ਸੀਗੇ, ਸਿੱਧੀਆਂ ਖੁੰਡਾਂ ਨੂੰ ਕੱਟ ਕੇ ਫਿਰ ਉਹਨਾਂ ਨੂੰ ਜੋੜ ਕਰਕੇ ਫਿਰ ਉਹਨਾਂ ਨੂੰ ਘੁਮਾਇਆ ਜਾਂਦਾ ਸੀਗਾ। ਫਿਰ ਹੌਲੀ ਹੌਲੀ ਸਾਇੰਸ ਨੇ ਤਰੱਕੀ ਕੀਤੀ, ਅੱਜ ਲੋਹੇ ਦੇ ਘਲਾੜੇ ਬਣ ਗਏ। ਉਸ ਤੋਂ ਬਾਅਦ ਮੋਟਰਾਂ 'ਤੇ ਲੱਗ ਗਏ। ਪਹਿਲਾਂ ਮੱਲ ਹੁੰਦੇ ਸੀਗੇ, ਭਾਵ ਤਕੜੇ ਬੰਦੇ ਉਹਨੂੰ ਘੁਮਾਉਂਦੇ ਸੀਗੇ। ਜਿਵੇਂ ਆਪਾਂ ਚਰਖੜੀ ਵੇਖਦੇ ਹਾਂ, ਦੋ ਸਿੰਘਣ ਚਰਖੇ ਚੜਾਇਆ ਅਤੇ ਦੋ ਤਕੜੇ ਮੁਸਲਮਾਨਾਂ ਦੇ ਜਲਾਦ ਹੈ ਜਿਹੜੇ ਤੁਰਕਾਂ ਦੇ, ਉਹਨੂੰ ਘੁਮਾਉਂਦੇ ਆ। ਇਸੇ ਤਰ੍ਹਾਂ ਹੀ ਕਹਿੰਦੇ ਇਸ ਜੀਵ ਨੂੰ ਵੀ ਸਜ਼ਾ ਦਿੱਤੀ ਜਾਂਦੀ ਆ, ਜਿਵੇਂ ਗੰਨੇ ਨੂੰ ਸਜ਼ਾ ਦਿੱਤੀ ਜਾਂਦੀ ਆ। ਭਾਈ ਸਾਹਿਬ ਭਾਈ ਗੁਰਦਾਸ ਜੀ ਨੇ ਆਪਣੀਆਂ ਵਾਰਾਂ ਦੇ ਵਿੱਚ ਇਸ ਤਰ੍ਹਾਂ ਦੀਆਂ ਕਈ ਉਦਾਹਰਨਾਂ ਦਿੱਤੀਆਂ। ਤਿਲਾਂ ਦੀ ਉਦਾਹਰਨ, ਕਣਕ ਦੀ ਉਦਾਹਰਨ, ਗੰਨੇ ਦੀ ਉਦਾਹਰਨ, ਕਿਵੇਂ ਇਹਨਾਂ ਦੇ ਵਿੱਚੋਂ ਕਣ ਕੱਢਿਆ ਜਾਂਦਾ, ਇਹਨਾਂ ਵਿੱਚੋਂ ਤੱਤ ਕੱਢਿਆ ਜਾਂਦਾ। ਜਦੋਂ ਵੇਖ ਜੇ ਮਿੱਠਾ ਕੱਟਿਆ, ਕੱਟ ਕੁੱਟ ਬੱਧਾ ਪਾਏ, ਖੁੰਡਾ ਅੰਦਰ ਰੱਖ ਕੇ ਦੇਣ ਸੋ ਮਲ ਸਜਾਏ। ਮਲ, ਇਹਨੂੰ ਮਲ ਨਹੀਂ ਕਹਿਣਾ, ਮਲ ਘੁਮਾਉਣ ਵਾਲੇ। ਫਿਰ ਕਹਿੰਦੇ ਉਹ ਖੁੰਡਾਂ ਦੇ ਵਿੱਚ ਪੀੜੇ ਜਾਂਦੇ ਆ ਗੰਨੇ, ਫਿਰ ਉਹਦਾ ਰਸ ਅੱਡ ਹੋ ਜਾਂਦਾ, ਫੋਕ ਅੱਡ ਹੋ ਜਾਂਦਾ। ਰਸ ਕਸ ਟੱਟਰ ਪਾਈ ਹੈ ਅਤੇ ਰਸ ਨੂੰ ਕੜਾਹੇ ਵਿੱਚ ਪਾ ਕੇ ਉਬਾਲਿਆ ਜਾਂਦਾ ਹੈ।
ਤਪੈ ਤੇ ਬਿਲ ਲਾਏ, ਫਿਰ ਬਿਲਕਦਾ ਉੱਥੇ, ਭਾਵ ਉਬਲਦਾ। ਭੀ ਸੋ ਫੋਗ ਸੰਭਾਲੀ ਹੈ, ਜਿਹੜਾ ਉਹਦਾ ਫੋਗ ਸੀਗਾ, ਛਿਲਕਾ, ਉਹ ਵੀ ਸਿੱਟਦੇ ਨਹੀਂ ਉਹ ਗੰਨੇ ਵਾਲੇ, ਉਹਨੂੰ ਕੜਾਹੇ ਦੇ ਹੇਠਾਂ ਬਾਲਣ ਦੀ ਥਾਂ ਤੇ ਲਾਈ ਜਾਂਦੇ ਆ। ਕੋਈ ਸਤਨਾਮ ਸੀ। ਭੀ ਸੋ ਫੋਗ ਸੰਭਾਲੀਐ, ਦਿਚੈ ਅੱਗ ਜਲਾਏ, ਨਾਨਕ ਮਿੱਠੈ ਪਤਰੀਆ, ਵੇਖੋ ਲੋਕਾ ਆਏ। ਓਏ ਲੋਕੋ ਦੇਖੋ ਆ ਗੰਨੇ ਦਾ ਕੀ ਹਾਲਤ ਹੈ। ਜ਼ਿਆਦੇ ਰਸਕਸ ਖਾਣ ਪੀਣ ਵਾਲਿਆਂ ਦੇ ਨਾਲ ਆਹ ਹਾਲਤ ਹੁੰਦੀ ਆ। ਕਹੋ ਸਤਨਾਮ ਸ੍ਰੀ। ਜਿਹੜਾ ਜ਼ਿਆਦੇ ਜੀਵ ਦੇ ਸਵਾਦਾਂ ਦੇ ਰਸਾਂ ਵਿੱਚ ਫਸਿਆ ਹੋਇਆ, ਇਹ ਰਸਨਾ ਤੂੰ ਆ ਰਸ ਰਾਚ ਰਹੀ, ਤੇਰੀ ਪਿਆਸ ਨਾ ਜਾਏ, ਪਿਆਸ ਨਾ ਜਾਏ ਹੋਰਤ ਕੀਤਾ, ਜਿਚਰ ਹਰ ਰਸ ਪੱਲੇ ਨਾ ਪਾਏ। ਹਰ ਰਸ ਪਾਏ ਪੱਲੇ ਪੀਐ, ਹਰ ਰਸ ਬਹੁੜ ਨਾ ਤ੍ਰਿਸ਼ਨਾ ਲਾਗੇ ਆਏ। ਇਹੋ ਹਰ ਰਸ ਕਰਮੀ ਪਾਈਐ, ਸਤਿਗੁਰ ਮਿਲੇ ਜਿਸੇ ਆਏ। ਪਰ ਜਿਹੜਾ ਬੰਦਾ ਸੰਸਾਰ ਦੇ ਰਸਾਂ ਕਸਾਂ ਵਿੱਚ ਫਸਿਆ ਹੋਇਆ, ਅਨੇਕਾਂ ਤਰ੍ਹਾਂ ਦੇ ਅਲੰਕਾਰ ਸਤਿਗੁਰਾਂ ਨੇ ਵਰਤੇ ਹਨ ਕਿ ਧਰਮਰਾਜ ਦੀ ਸਭਾ ਦੇ ਅੰਦਰ ਤਪਦੇ ਕੜਾਹਿਆਂ ਦੇ ਵਿੱਚ ਜੀਵ ਨੂੰ ਤਪਾਇਆ ਜਾਂਦਾ। ਜਿਹਨੂੰ ਜੀਵ ਦੇ ਸਵਾਦਾਂ ਦਾ ਹੁੰਦਾ ਹੈ, ਉਸ ਦੇ ਮੂੰਹ ਵਿੱਚ ਤਪਦਾ ਹੋਇਆ ਲੋਹਾ ਪਾਇਆ ਜਾਂਦਾ ਹੈ, ਉਸ ਨੂੰ ਤਪਦੇ ਹੋਏ ਲੋਹੇ ਦੇ ਨਾਲ ਬੰਨ੍ਹਿਆ ਜਾਂਦਾ ਹੈ, ਔਰ ਤਪਦੇ ਤੇਲ ਦੇ ਕੜਾਹਿਆਂ ਵਿੱਚ ਤਲਿਆ ਜਾਂਦਾ ਹੈ। ਇਹ ਸਾਨੂੰ ਅਸਲ ਦੇ ਵਿੱਚ ਸਤਿਗੁਰਾਂ ਨੇ ਧਰਮ ਦੇ ਮੁਤਾਬਕ ਸਿੱਧੇ ਰਸਤੇ ਚੱਲਣ ਦੀਆਂ ਜੁਗਤੀਆਂ ਦੱਸੀਆਂ। ਡੰਡਾ ਵਰਤਿਆ, ਕਿਤੇ ਕਿਤੇ ਪਿਆਰ ਨਾਲ ਸਮਝਾਇਆ, ਕਿਤੇ ਝੜਕ ਕੇ ਸਮਝਾਇਆ। ਕਬੀਰ ਸਾਹਿਬ ਜੀ ਵੀ ਕਹਿੰਦੇ, ਸੋਧੇ ਸੋਧੇ ਰਿੰਗ ਚੱਲੋ, ਤੁਮ ਨਤਰਕ ਧੱਕਾ ਦਵਈਆ ਰੇ, ਸਿੱਧੇ ਤੁਰੇ ਚੱਲੋ। ਤੇ ਮੌਤ ਤੁਹਾਨੂੰ ਵੇਖ ਰਹੀ ਹੈ, ਧੱਕਾ ਦੇ ਰਹੀ ਹੈ, ਸਮਾਂ ਵੇਖ ਰਹੀ ਹੈ, ਕਦੋਂ ਮੁੱਕੇ ਤੇ ਕਦੋਂ ਫੜਾਂ ਇਸ ਨੂੰ। ਬਾਰੇ ਬੂਢੇ ਤਰਨੇ ਭਈਆ, ਵੱਡੇ ਛੋਟੇ ਜਵਾਨ, ਬਾਰੇ ਬੂਢੇ ਤਰਨੇ ਭਈਆ, ਸਭ ਹੂ ਜਮ ਲੈ ਜਈ ਹੈ ਰੇ, ਮਾਨਸ ਬਪਰਾ ਮੂਸਾ ਕੀਨੋ, ਮੀਚ ਬਲਈਆ ਖਈ ਹੈ ਰੇ। ਅਸੀਂ ਤਾਂ ਮੌਤ ਦੇ ਸਾਹਮਣੇ ਚੂਹੇ ਤੋਂ ਵੱਧ ਨਹੀਂ ਆ। ਕਹੋ ਸਤਨਾਮ। ਸਾਡੀ ਕੋਈ ਪਾਵਰ ਨਹੀਂ ਹੈ। ਸਿਕੰਦਰ ਵਰਗੇ ਵੀ ਹਾਰ ਗਏ, ਰਾਵਣ ਵਰਗੇ ਵੀ ਹਾਰ ਗਏ। ਤੇ ਪਾਤਸ਼ਾਹ ਕਹਿੰਦੇ ਪਰ ਬੰਦੇ ਦੀ ਫਿਤਰਤ ਕੀ ਹੈ? ਟੇਢੀ ਭਾਗ, ਟੇਢੇ ਚੱਲੇ, ਲਾਗੈ ਵੀਰ ਹੈ ਖਾਨ। ਕਹਿੰਦੇ ਟੇਢੀਆਂ ਪੱਗਾਂ ਬੰਨ੍ਹ ਕੇ ਆਪਣੇ ਆਪ ਨੂੰ ਵੱਡੇ ਵੈਲੀ ਕਹਾਉਂਦੇ ਆ, ਔਰ ਟੇਢੇ ਚੱਲਦੇ ਆ, ਭਾਵ ਧਰਮ ਦੇ ਉਲਟ ਚੱਲਦੇ ਆ। ਲਾਗੈ ਵੀਰ ਹੈ ਖਾਨ, ਆਪਣੇ ਆਪ ਨੂੰ ਵੱਡੇ ਯੋਧੇ ਸੂਰਮੇ ਸਮਝਦੇ ਆ। ਪੁਰਾਣੇ ਸਮਿਆਂ ਦੇ ਲੋਕ ਇੱਦਾਂ ਦੇ ਹੁੰਦੇ ਸੀਗੇ। ਅੱਜ ਵੀ ਇਹ ਥੋੜ੍ਹਾ ਡਿਜ਼ਾਈਨ ਬਦਲਿਆ ਹੈ। ਲਾਗੇ ਵੀਰੇ ਖਾਨ, ਵੀਰੇ ਦਾ ਭਾਵ ਜੇ ਇੱਕ ਅਰਥ ਕਰੀਏ ਤੇ ਆਪਣੇ ਆਪ ਨੂੰ ਸੂਰਮਾ ਸਮਝਦਾ। ਦੂਸਰਾ ਅਰਥ ਹੈ ਨਸ਼ਿਆਂ ਵਿੱਚ ਵੀ ਪੈ ਗਏ। ਬੀੜਾ ਹੁੰਦਾ ਹੈਗਾ ਪਾਨ ਦਾ ਬੀੜਾ। ਆਪਣੇ ਆਪ ਨੂੰ ਵੱਡਾ ਸੂਰਮਾ ਸਮਝਦਾ, ਨਸ਼ੇ ਖਾ ਕੇ ਔਰ ਟੇਢੀ ਪੱਗ ਬੰਨ੍ਹ ਕੇ ਪੁੱਠੇ ਸਿੱਧੇ ਕੰਮ ਕਰਕੇ ਆਪਣੇ ਆਪ ਨੂੰ ਸੂਰਮਾ ਕਹਿੰਦਾ। ਕਹੋ ਸਤਨਾਮ ਸ੍ਰੀ। ਭਾਉ ਭਗਤ ਸਿਓ ਕਾਜ ਨਾ ਕਛੂ ਹੈ। ਪ੍ਰੇਮਾ ਭਗਤੀ ਨਾਲ ਨਹੀਂ ਜੁੜਦਾ। ਪ੍ਰੇਮਾ ਭਗਤੀ ਕਰਨ ਨੂੰ ਤਿਆਰ ਨਹੀਂ, ਰੱਬ ਨਾਲ ਨਹੀਂ ਜੁੜਦਾ ਗਾ। ਭਾਉ ਭਗਤ ਕੋ ਕਾਜ ਨਾ ਕਛੂ ਹੈ, ਮੇਰੋ ਕਾਮ ਦੀਵਾਨ। ਮੈਂ ਤਾਂ ਮੁਨਸ਼ੀ ਹਾਂ, ਮੈਂ ਤਾਂ ਮੁਨੀਮ ਹਾਂ, ਮੈਂ ਤਾਂ ਯੋਧਾ ਹਾਂ, ਮੈਂ ਤਾਂ ਸੂਰਮਾ। ਇਸ ਕਰਕੇ ਸਤਿਗੁਰੂ ਪਾਤਸ਼ਾਹ ਕਹਿੰਦੇ ਜੈਸਾ ਇਸ ਗੰਨੇ ਦੇ ਨਾਲ ਹੋਇਆ ਹੈ, ਐਸਾ ਹੀ ਮਨੁੱਖ ਦੇ ਨਾਲ ਵੀ ਹੁੰਦਾ ਹੈ। ਕਹੋ ਸਤਨਾਮ ਸ੍ਰੀ। ਅੱਗੇ ਪ੍ਰੀਤਮ ਜੀ ਕਹਿੰਦੇ ਫਿਰ ਉਹ ਗੰਨਾ ਉਬਲਦਾ ਹੈ, ਬਿਲਕੁਲ ਮਾਨੋ ਕੜਾਹੇ ਦੇ ਵਿੱਚ ਉਹਦਾ ਛਿਲਕਾ ਜਿਹੜਾ ਉਹ ਵੀ ਮਚਾ ਦਿੱਤਾ ਜਾਂਦਾ ਹੈ। ਇਸੇ ਤਰ੍ਹਾਂ ਹੀ ਜੀਵ ਆਤਮਾ ਨੂੰ ਸਰੀਰ ਵਿੱਚੋਂ ਕੱਢ ਕੇ ਇਹਦੇ ਕਰਮਾਂ ਦਾ ਫਲ ਭੁਗਤਾਇਆ ਜਾਂਦਾ ਹੈ। ਔਰ ਸਰੀਰ ਹੈ ਜਿਹੜਾ ਫੋਗ ਸਰੀਰ ਦਾ, ਜੀਵਾਤਮਾ ਨਿਕਲ ਗਈ, ਬਾਕੀ ਇਹ ਫੋਗ ਬਚ ਗਿਆ, ਇਹਨੂੰ ਵੀ ਅੱਗ ਵਿੱਚ ਪਾ ਦਿੱਤਾ ਜਾਂਦਾ। ਕਹੋ ਸਤਨਾਮ ਸ੍ਰੀ। ਇਹ ਵੀ ਮਚਾ ਦਿੱਤਾ ਜਾਂਦਾ ਹੈ। ਤੋ ਪਾਤਸ਼ਾਹ ਗੰਨੇ ਦੀ ਉਦਾਹਰਨ ਦੇ ਕੇ ਇਸ ਤਰ੍ਹਾਂ ਪੁਆਧ ਦੀਆਂ ਸੰਗਤਾਂ ਨੂੰ ਉਪਦੇਸ਼ ਬਖਸ਼ਦੇ ਹਨ। ਪਾਵੜੀ ਇੱਕ ਨਾ ਮਰਨ ਨਾ ਚਿੱਤ, ਕਈਆਂ ਦੇ ਨਾ ਰੱਬ ਯਾਦ ਹੈ ਨਾ ਮੌਤ ਯਾਦ ਹੈ। ਇੱਕ ਨਾ ਮਰਨ ਨਾ ਚਿੱਤ, ਆਸ ਘਨੇਰਿਆ, ਲੰਬੀ ਉਮਰ ਦੀ ਗੱਲ ਕਰਦੇ ਆ ਕਿ ਹਜੇ ਅਸੀਂ ਮਰੀਏ ਨਾ।
इस तरह सतगुरु पातशाह जी कहते वेखो लोको ਜਿਹੜੇ ਜੀਵ ਇਸ ਤਰ੍ਹਾਂ ਦੇ ਹਨ ਉਹਨਾਂ ਦਾ ਇਹ ਹਾਲ ਹੋਇਆ। ਦੇਖਣਾ ਕਰੋ ਮਨੁੱਖ ਸਾਰੇ ਸੰਬੰਧੀਆਂ ਨੂੰ ਮਿੱਠਾ ਪਿਆਰਾ ਲੱਗਦਾ ਸੀ। ਕੋਈ ਪਿਆਰ ਨਾਲ ਪਿਓ ਕਹਿੰਦਾ ਸੀ, ਕੋਈ ਭਰਾ ਕਹਿੰਦਾ ਸੀ, ਕੋਈ ਮਾਮਾ ਕਹਿੰਦਾ ਸੀ, ਕੋਈ ਚਾਚਾ ਕਹਿੰਦਾ ਸੀ, ਆਦਿ ਆਦਿ। ਘਰ ਦਾ ਕੰਮ ਚੰਗਾ ਚਲਾਉਣ ਕਰਕੇ, ਪਦਾਰਥ ਇਕੱਠੇ ਕਰਨ ਕਰਕੇ ਸਾਰਿਆਂ ਨੂੰ ਚੰਗਾ ਲੱਗਦਾ ਸੀ। ਅਤੇ ਜਦੋਂ ਉਸ ਨੂੰ ਰੋਗ ਨੇ ਸੰਬੰਧੀਆਂ ਨਾਲੋਂ ਕੱਟਿਆ, ਭਾਵ ਵਿਛੋੜ ਕਰਕੇ ਮੰਜੀ ਉੱਤੇ ਸੁੱਟਤਾ, ਕੁੱਬਾ ਹੋ ਗਿਆ, ਬੁੱਢਾ ਹੋ ਗਿਆ, ਹੁਣ ਸਿੱਧਾ ਚੱਲਿਆ ਨਹੀਂ ਜਾਂਦਾ, ਸਰੀਰ ਪੁਰਾਣਾ ਹੋ ਗਿਆ। ਅਤੇ ਅਖੀਰ ਨੂੰ ਕਹਿੰਦੇ ਹੁਣ ਉਸ ਨੂੰ ਕੋਈ ਵੀ ਉਸ ਤਰ੍ਹਾਂ ਦਾ ਨਹੀਂ ਸਮਝਦਾ, ਕਿਉਂਕਿ ਸੰਸਾਰ ਜਿਹੜਾ ਸਵਾਰਥੀ ਹੈ। ਜਦੋਂ ਇਸ ਨੂੰ ਕੋਈ ਦਿਓ ਤਾਂ ਇਹ ਚੰਗਾ ਲੱਗਦਾ, ਨਾ ਦਿਓ ਤਾਂ ਭੈੜਾ ਲੱਗਦਾ। ਤਾਂ ਸਤਿਗੁਰੂ ਪਾਤਸ਼ਾਹ ਜੀ ਕਹਿੰਦੇ ਮਨੁੱਖ ਦਾ ਇਹ ਹਾਲ ਹੈ। ਜਿਸ ਤਰ੍ਹਾਂ ਉਹ ਗੰਨੇ ਦੇ ਨਾਲ ਹੋਈ, ਇਸੇ ਤਰ੍ਹਾਂ ਇਹ ਮਨੁੱਖ ਨਾਲ ਹੁੰਦੀ ਹੈ। ਜਿਨ੍ਹਾਂ ਲੋਕਾਂ ਨੂੰ ਰੱਬ ਯਾਦ ਨਹੀਂ, ਇੱਕ ਨਾ ਮਰਨ ਨਾ ਚਿੱਤ, ਆਸ ਘਨੇਰਿਆ, ਸੰਸਾਰ ਦੇ ਵਿੱਚੋਂ ਲੰਬੀ ਜੀਵਨ ਦੀ ਆਸ ਰੱਖਦੇ ਆ। ਮਰ ਮਰ ਜੰਮੈ ਨਿਤ ਕਿਸੇ ਨਾ ਕੇਰਿਆ, ਪਰ ਸਾਹਮਣੇ ਇਸ ਦੇ ਦੁਨੀਆ ਮਰਦੀ ਜਾ ਰਹੀ ਆ। ਫਰੀਦ ਬਾਬਾ ਜੀ ਆਪਣੇ ਆਪ ਨੂੰ ਕਹਿ ਕੇ ਸਾਨੂੰ ਸਮਝਾਉਂਦੇ ਆ, ਫਰੀਦਾ ਕਿੱਥੇ ਤੈਂਡੇ ਮਾਪਿਆਂ ਜਿੰਨੀ ਤੂੰ ਜਨਿਓਏ, ਜਿਨ੍ਹਾਂ ਨੇ ਤੈਨੂੰ ਜੰਮਿਆ ਹੈ ਉਹ ਕਿੱਥੇ ਹਨ। ਤੈਂ ਪਾਛਾ ਉਹ ਲੱਦ ਗਏ, ਆ ਤੇਰੇ ਵੇਖਦੇ ਵੇਖਦੇ ਉਹ ਤੁਰ ਗਏ। ਤੂੰ ਅਜੇ ਨਾ ਪਤੀਨੋ ਹੋਏ, ਤੈਨੂੰ ਹਜੇ ਭਰੋਸਾ ਨਹੀਂ ਹੈ ਕਿ ਤੂੰ ਵੀ ਜਾਣਾ ਹੈ। ਇਹ ਜੀਵ ਕਾਲ ਦਾ ਮਾਰਿਆ, ਜੰਮਦਾ ਮਰਦਾ, ਜੰਮਦਾ ਮਰਦਾ ਰਹਿੰਦਾ, ਕਿਸੇ ਨਾ ਕੇਰਿਆ। ਕਿਸੇ ਨੇ ਵੀ ਇਸ ਨੂੰ ਬੀਜਿਆ ਨਹੀਂ, ਬਲਕਿ ਇਹਨੇ ਆਪਣੇ ਕਰਮ ਆਪ ਹੀ ਬੀਜੇ ਹਨ। ਕੇਰਨਾ ਹੁੰਦਾ ਬੀਜਣਾ। ਜ਼ਿਮੀਂਦਾਰ ਕਣਕ ਦਾ ਛਿੱਟਾ ਦੇ ਕੇ ਵੀ ਬੀਜ ਦਿੰਦਾ ਅਤੇ ਪੋਰ ਦੇ ਰਾਹੀਂ ਬੀਜ ਦਿੰਦਾ। ਕਹਿੰਦੇ ਇਹ ਜਿਹੜੇ ਤੂੰ ਕਰਮ ਕੀਤੇ ਇਹਨਾਂ ਦਾ ਫਲ ਤੂੰ ਹੀ ਭੋਗਣਾ, ਕਿਸੇ ਦੂਜੇ ਨੇ ਨਹੀਂ ਬੀਜਿਆ, ਇਹ ਤੇਰਾ ਹੀ ਬੀਜਿਆ ਹੋਇਆ। ਫਰੀਦਾ ਲੋੜ ਹੈ ਦਾਖ ਬਜੌਰੀਆਂ, ਕਿੱਕਰ ਬੀਜੈ ਜੱਟ, ਹੰਢੈ ਉੱਨ ਕਤਾਏ ਦਾ, ਪੈਂਦਾ ਲੋੜ ਹੈ ਪੱਟ। ਆਪਨੜੈ ਮਨ ਚਿੱਤ ਕਹਿਣ ਚੰਗੇਰਿਆ, ਆਪਣੇ ਆਪ ਨੂੰ ਹਰੇਕ ਬੰਦਾ ਆਪਣੇ ਆਪ ਨੂੰ ਚੰਗਾ ਕਹਿੰਦਾ। ਗਲਤ ਤੋਂ ਗਲਤ ਬੰਦਾ ਵੀ ਆਪਣੀ ਗਲਤੀ ਮੰਨਣ ਨੂੰ ਤਿਆਰ ਨਹੀਂ। ਤਾਂ ਮੇਰੇ ਪ੍ਰੀਤਮ ਜੀ ਕਹਿੰਦੇ ਇਹ ਮਨੁੱਖ ਆਪਣੇ ਆਪ ਨੂੰ ਚੰਗਾ ਸਮਝਦਾ ਹੈ ਹੋਰਨਾਂ ਨਾਲੋਂ, ਪਰ ਪਤਾ ਤਾਂ ਉਦੋਂ ਲੱਗ ਜੂਗਾ ਜਦੋਂ ਧਰਮਰਾਜ ਦੇ ਕੋਲ ਜਾਵਾਂਗੇ ਕਿਹੜਾ ਚੰਗਾ ਅਤੇ ਕਿਹੜਾ ਮਾੜਾ। ਕੋਈ ਸਤਨਾਮ ਸ੍ਰੀ ਜੀਵ ਦੇ ਕਰਮਾਂ ਦੇ ਫਲ ਜਦ ਮਿਲਦੇ ਆ, ਫਿਰ ਇਹ ਜੀਵ ਨੂੰ ਪਤਾ ਲੱਗਦਾ। ਜਮ ਰਾਜਾ ਨਿਤ ਨਿਤ ਮਨਮੁਖ ਹੇਰਿਆ, ਉਹ ਤਾਂ ਧਰਮਰਾਜ ਹੀ ਹਿਸਾਬ ਕਿਤਾਬ ਕਰਦਾ ਜਦੋਂ ਕੱਢ ਕੇ ਵੀਡੀਓ ਸਾਹਮਣੇ ਰੱਖ ਦਿੰਦਾ, CCTV ਕੈਮਰੇ ਵਾਲੀ। ਆ ਤਾਂ ਬਾਹਰਲੀ ਆ, ਸਾਡੇ ਅੰਦਰ ਵੀ ਲੱਗਿਆ ਇੱਕ ਚਿੱਤਰ ਗੁਪਤ ਹੈ, ਉਹਦਾ ਨਾਂ ਪੰਜਾਬੀ ਦੇ ਵਿੱਚ ਕਹੋ ਸਤਨਾਮ। ਜਿਵੇਂ ਇਹ ਵੀ ਗੁਪਤ ਚਿੱਤਰ ਬਣਾਈ ਜਾਂਦੇ ਆ ਆਪਣੇ ਸਾਰਿਆਂ ਦੇ, ਅਤੇ ਇਸੇ ਤਰ੍ਹਾਂ ਸਾਡੇ ਅੰਦਰ ਵੀ ਜੋ ਅਸੀਂ ਕਰਦੇ ਹਾਂ ਉਹਦੀ ਵੀਡੀਓ ਬਣਦੀ ਜਾ ਰਹੀ ਹੈ ਸਾਈਲੈਂਟ। ਅਤੇ ਪਤਾ ਉਦੋਂ ਲੱਗਦਾ ਜਦੋਂ ਜੀਵ ਹਾਜ਼ਰ ਹੁੰਦਾ ਹੈਗਾ ਧਰਮਰਾਜ ਕੋਲ, ਅਤੇ ਫਿਰ ਇਹਨੂੰ ਮਨਾਉਣ ਵਾਸਤੇ ਇਹਨੂੰ ਦੱਸਣ ਦੀ ਲੋੜ ਨਹੀਂ, ਇਹਨੂੰ ਵਿਖਾਇਆ ਜਾਂਦਾ ਵੀ ਆਹ ਕੀਤਾ। ਫਿਰ ਮੰਨਣਾ ਹੀ ਪੈਂਦਾ, ਫਿਰ ਮੁੱਕਰ ਹੀ ਨਹੀਂ ਸਕਦਾ ਸਾਹਮਣੇ ਕਰਦਾ ਵੇਖ ਕੇ ਆਪਣੇ ਆਪ ਨੂੰ। ਤਾਂ ਇਸ ਤਰ੍ਹਾਂ ਗੁਰੂ ਪਿਆਰਿਓ ਸਤਿਗੁਰੂ ਪਾਤਸ਼ਾਹ ਜੀ ਕਹਿੰਦੇ ਕਈਆਂ ਦੇ ਰੱਬ ਯਾਦ ਨਹੀਂ ਹੈਗਾ। ਇੱਕ ਨਾ ਮਰਨ ਨਾ ਚਿੱਤ, ਆਸ ਘਨੇਰਿਆ, ਮਰ ਮਰ ਜੰਮੈ ਨਿਤ ਕਿਸੇ ਨਾ ਕੇਰਿਆ। ਆਪਨੜੈ ਮਨ ਚਿੱਤ ਕਹਿਣ ਚੰਗੇਰਿਆ, ਆਪਣੇ ਆਪ ਨੂੰ ਬੜਾ ਚੰਗਾ ਸਮਝਦਾ। ਜਮ ਰਾਜੈ ਨਿਤ ਨਿਤ ਮਨਮੁਖ ਹੇਰਿਆ, ਪਰ ਜਮਾਂ ਦਾ ਰਾਜਾ ਧਰਮਰਾਜ ਇਹਨੂੰ ਵੇਖ ਰਿਹਾ ਹੈ। ਸਤਿਗੁਰੂ ਪਾਤਸ਼ਾਹ ਜੀ ਵੀ ਮਨੁੱਖ ਨੂੰ ਕਹਿੰਦੇ ਇਸ ਧਰਤੀ ਮੈਂ ਤੇਰੀ ਸਿਕਦਾਰੀ, ਅਵਰ ਜੋਨ ਤੇਰੀ ਪਨਿਹਾਰੀ। ਮੈਂ ਤੈਨੂੰ ਇੱਥੋਂ ਦਾ ਰਾਜਾ ਬਣਾ ਕੇ ਭੇਜਿਆ, ਸਾਰੀਆਂ ਜੂਨਾਂ ਤੇਰਾ ਪਾਣੀ ਭਰਨਗੀਆਂ, ਤੇਰੇ ਕੰਮ ਕਰਨਗੀਆਂ, ਪਰ ਤੇਰਾ ਫਰਜ਼ ਆ ਮੇਰੇ ਨਾਲ ਜੁੜਿਆ ਰਹੇ। ਆਪ ਸਵਾਰੇ ਮੈਂ ਮਿਲੈ, ਮੈਂ ਮਿਲਿਆ ਸੁਖ ਹੋਏ। ਫਰੀਦਾ ਜੇ ਤੂੰ ਮੇਰਾ ਹੋਏ ਰਹੇ, ਸਭ ਜਗ ਤੇਰਾ ਹੋਏ। ਇਸ ਧਰਤੀ ਮੈਂ ਤੇਰੀ ਸਿਕਦਾਰੀ। ਪਾਤਸ਼ਾਹ ਨੇ, ਅਕਾਲ ਪੁਰਖ ਨੇ ਮਨੁੱਖਾ ਜਾਮੇ ਨੂੰ ਇੰਨੀ ਅਥਾਰਟੀ ਦਿੱਤੀ ਆ ਕਿ ਤੂੰ ਇੱਥੋਂ ਦਾ ਰਾਜਾ ਹੈ।
ਅਬ ਤੂੰ ਸੀਝ ਭਾਵੇਂ ਨਹੀਂ ਸੀਝਾ, ਹੁਣ ਤੇਰੀ ਮਰਜ਼ੀ ਹੈ ਪਾਰ ਹੋਣਾ ਕਿ ਨਹੀਂ ਹੋਣਾ। ਪਰ ਇੱਕੋ ਹੀ ਸ਼ਰਤ ਹੈ, ਕਾਰ ਸਵਰੇ ਮਨ ਪ੍ਰਭ ਧਿਆਈ ਜੈ। ਤੇਰੇ ਕਾਰਜ ਤਾਂ ਰਾਸ ਹੋਣਗੇ ਜੇ ਤੂੰ ਪਰਮੇਸ਼ਰ ਨੂੰ ਸਿਮਰੇਂਗਾ। ਇਹ ਗੁਰੂ ਨੇ ਸਾਨੂੰ ਦੱਸਿਆ। ਸਾਧ ਪਠਾਏ ਆਪ ਹਰ ਹਮ ਤੁਮ ਤੇ ਨਾਹੀ ਦੂਰ। ਪਰਮੇਸ਼ਰ ਨੇ ਆਪਣੇ ਪਿਆਰੇ ਦੁਨੀਆ ਵਿੱਚ ਭੇਜੇ ਬਈ ਜਾਓ ਜਾ ਕੇ ਇਹਨਾਂ ਨੂੰ ਦੱਸੋ ਬਈ ਮੈਂ ਤੁਹਾਡੇ ਨਾਲ ਹੀ ਹਾਂ, ਮੈਂ ਤੁਹਾਡੇ ਤੋਂ ਵੱਖ ਨਹੀਂ ਹਾਂ। ਆਪਣੀ ਅੰਦਰੋਂ ਵੇਖਣਾ ਕਰੋ ਮੈਨੂੰ। ਸਤਿਗੁਰੂ ਪਾਤਸ਼ਾਹ ਕਹਿੰਦੇ ਧਰਮ ਰਾਜਾ ਜੋ ਜਮਾਂ ਦਾ ਰਾਜਾ ਹੈ ਉਹ ਸਾਨੂੰ ਸਭ ਨੂੰ ਦੇਖਦਾ ਹੈ, ਉਹਦੀ ਡਿਊਟੀ ਲਾਈ ਹੈ ਸੰਸਾਰ ਨੂੰ ਵੇਖਣ ਤੇ। ਫਿਰ ਸਮੇਂ ਦੇ ਉੱਤੇ ਜਿਵੇਂ ਜਿਵੇਂ ਕਿਸੇ ਦਾ ਸਮਾਂ ਪੂਰਾ ਹੁੰਦਾ ਜਾਂਦਾ, ਦੁਨੀਆ 'ਚ ਤੁਰੇ ਜਾਂਦੇ ਆ, ਵਾਰੀ ਆਪੋ ਆਪਣੀ ਕੋਈ ਨਾ ਬੰਦਾ ਧੀਰ। ਤਾਂ ਸਤਿਗੁਰੂ ਪਾਤਸ਼ਾਹ ਜੀ ਕਹਿੰਦੇ ਮਰ ਮਰ ਜੰਮੈ ਨਿਤ ਕਿਸੇ ਨਾ ਕੇਰਿਆ। ਆਪਣ ਨੇ ਮਨ ਚਿੱਤ ਕਹਿਣ ਚੰਗੇਰਿਆ। ਜਮ ਰਾਜੈ ਨਿਤ ਨਿਤ ਮਨ ਮੁਖ ਹੇਰਿਆ। ਤੇ ਅੱਗੇ ਪਾਤਸ਼ਾਹ ਕਹਿੰਦੇ ਮਨ ਮੁਖ ਲੂਣ ਹਰਾਮ ਕਿਆ ਨਾ ਜਾਣਿਆ। ਮਨੁੱਖ ਨੇ ਮਨਮਤ ਵਰਤੀ ਆ, ਉਸ ਨੂੰ ਵਿਸਾਰ ਦਿੱਤਾ। ਦਾਤ ਪਿਆਰੀ ਵਿਸਰਿਆ ਦਾਤਾਰਾ। ਜਾਣੈ ਨਾਹੀ ਮਰਨ ਵਿਚਾਰਾ। ਕੀਆ ਨਾ ਜਾਣਿਆ ਜਿਸ ਨੇ ਸਾਡੇ ਤੇ ਉਪਕਾਰ ਕੀਤਾ। 84 ਲੱਖ ਜੂਨਾਂ ਚੋਂ ਕੱਢ ਕੇ ਸਾਨੂੰ ਮਨੁੱਖ ਜਾਮਾ ਦਿੱਤਾ। ਸਾਨੂੰ ਇੱਕ ਚਾਂਸ ਦਿੱਤਾ ਭਈ ਪ੍ਰਾਪਤ ਮਨੁੱਖ ਦੇ ਹੁਰੀਆ। ਗੋਬਿੰਦ ਮਿਲਣ ਕੀ ਇਹੋ ਤੇਰੀ ਬਰੀਆ। ਅਵਰ ਕਾਜ ਤੇਰਾ ਕਿਤੈ ਨਾ ਕਾਮ। ਮਿਲ ਸਾਧ ਸੰਗਤ ਭਜ ਕੇਵਲ ਨਾਮ। ਸੁੱਖਾਂ ਦੇ ਵਿੱਚ ਬੰਦਾ ਰੱਬ ਦਾ ਸ਼ੁਕਰੀਆ ਨਹੀਂ ਕਰਦਾ। ਕੋਈ ਦਾਤਾਂ ਮਨੁੱਖ ਨੂੰ ਦਿੱਤੀਆਂ ਪਰਮੇਸ਼ਰ ਨੇ, ਬੰਦਾ ਸ਼ੁਕਰੀਆ ਨਹੀਂ ਕਰਦਾ। ਕਦੋਂ ਕਰਦਾ ਸ਼ੁਕਰੀਆ ਪਤਾ? ਸ਼ੁਕਰੀਆ ਤਾਂ ਘੱਟ ਹੀ ਕਰਦਾ ਹੈ। ਬੱਧੇ ਕਰਨ ਸਲਾਮ ਖਸਮ ਨਾ ਭਾਣੀਆਂ। ਬੱਧੇ ਹੋਏ ਜਦੋਂ ਕੋਈ ਦੁੱਖ ਪੈਂਦਾ ਨਾ ਫੇਰ ਕਹਿੰਦਾ ਮਹਾਰਾਜ ਬਖਸ਼ ਲਓ। ਮਹਾਰਾਜ ਨੂੰ ਉਦੋਂ ਪਾਉਂਦਾ ਜਦੋਂ ਇਹ ਦਾਤਾ ਪ੍ਰਾਪਤ ਕਰਕੇ ਵੀ ਧੰਨਵਾਦ ਕਰਦਾ ਰਹੇ। ਨਿਰਸਵਾਰਥ ਹੋ ਕੇ ਕਰਮ ਕਰਤ ਹੋਵੇ ਨਿਹਕਾਮੀ। ਤਿਸ ਕੋ ਹੋਤ ਪ੍ਰਾਪਤ ਸੁਆਮੀ। ਪਰ ਧੰਨ ਗੁਰੂ ਨਾਨਕ ਦੇਵ ਜੀ ਕਹਿੰਦੇ ਇਹ ਤਾਂ ਬੱਧਾ ਰੁੱਧਾ ਹੀ ਮੱਥੇ ਟੇਕਦਾ। ਕਹੋ ਸਤਨਾਮ ਸ੍ਰੀ। ਜਿਸ ਤਰ੍ਹਾਂ ਨਗਰ ਦਾਨ ਸਿੰਘ ਵਾਲੇ ਦੀ ਕਥਾ ਹੈ, ਧੰਨ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਜਿਸ ਵੇਲੇ ਮੁਕਤਸਰ ਸਾਹਿਬ ਤੋਂ ਇੱਧਰ ਨੂੰ ਆਏ ਨੇ, ਗੁਰੂ ਪਿਆਰੋ ਬਾਅਦ ਦੀ ਗੱਲ ਹੈ, ਤਾਂ ਇਹਨਾਂ ਦਾ ਇੱਕ ਸਿੱਖ ਹੈ ਦਾਨ ਸਿੰਘ। ਇਸ 'ਤੇ ਬੜੀ ਕਿਰਪਾ ਹੈ। ਬਰਾੜਾਂ ਦੇ ਵਿੱਚੋਂ ਹੈ ਭਾਈ ਦਾਨ ਸਿੰਘ। ਪਿੱਛੇ ਬਰਾੜਾਂ ਨੇ ਸਤਿਗੁਰਾਂ ਦੇ ਘੋੜੇ ਦੀਆਂ ਵਾਂਗਾਂ ਫੜ ਲਈਆਂ ਸੀ। ਕਹਿੰਦੇ ਜੀ ਇਦੋਂ ਗਾਂਹ ਭਾਗੋ ਕਾ ਇਲਾਕਾ ਆ ਗਿਆ, ਸਾਨੂੰ ਇੱਥੇ ਹੀ ਤਨਖਾਹ ਦਿਓ। ਪਾਤਸ਼ਾਹ ਕਹਿੰਦੇ ਕੋਈ ਗੱਲ ਨਹੀਂ, ਫਿਕਰ ਨਾ ਕਰੋ, ਸੰਗਤ ਕਰਾਂਗੇ, ਕਿਤੇ ਸੰਗਤ ਆਊਗੀ, ਮਾਇਆ ਆਊਗੀ, ਫਿਰ ਦੇ ਦਿਆਂਗੇ। ਕਹਿੰਦੇ ਨਾ ਜੀ ਇਦੋਂ ਗਾਂਹ ਤਾਂ ਅਸੀਂ ਜਾਵਾਂਗੇ ਤਾਂ ਜੇ ਸਾਨੂੰ ਤਨਖਾਹ ਦਿਓਗੇ। ਕਹਿੰਦੇ ਪਾਤਸ਼ਾਹ ਜੀ ਨੇ ਉੱਥੇ ਰੁਕਣਾ ਕੀਤਾ। ਆਕਾਸ਼ਾਂ ਨੂੰ ਇੱਕ ਤੀਰ ਛੱਡਿਆ। ਥੋੜ੍ਹੇ ਚਿਰ ਬਾਅਦ ਕੀ ਵੇਖਦੇ ਆ, ਸਾਹਮਣੇ ਕੋਈ ਵਪਾਰੀ ਆਉਂਦਾ, ਖੱਚਰਾਂ ਦੇ ਕੁਝ ਲੱਦਿਆ ਹੋਇਆ। ਪਾਤਸ਼ਾਹ ਦੇ ਕੋਲ ਆ ਕੇ ਲੱਗਿਆ ਮਹਾਰਾਜ ਜੀ ਅਮਾਨਤ ਤੁਹਾਡੀ ਸੰਭਾਲੋ, ਮੈਂ ਤਾਂ ਕਿੱਦਾਂ ਦਾ ਚੱਕੀ ਫਿਰਦਾ, ਅੱਜ ਤੁਸੀਂ ਸੁਨੇਹਾ ਭੇਜਿਆ। ਕਹਿੰਦੇ ਲਿਆ ਹੁਣ ਲੋੜ ਸੀ ਇਹਨਾਂ ਦੀ। ਕਹਿੰਦੇ ਖੁਰਜੀਆਂ ਉਲਟਾ ਲਈਆਂ ਅਤੇ ਬਰਾੜਾਂ ਨੂੰ ਤਨਖਾਹ ਵੰਡਤੀ। ਪਰ ਵੰਡਣ ਤੋਂ ਪਹਿਲਾਂ ਕਹਿੰਦੇ ਗੱਲ ਸੁਣ ਲਓ, ਇੱਕ ਚੀਜ਼ ਮਿਲੂਗੀ, ਜਾਂ ਸਿੱਖੀ ਜਾਂ ਮਾਇਆ। ਉਹ ਕਹਿੰਦੇ ਸਿੱਖ ਤਾਂ ਅਸੀਂ ਹੈਗੇ ਹੀ ਹਾਂ, ਕਈ ਵਾਰੀ ਅਸੀਂ ਵੀ ਕਹਿੰਦੇ ਅਸੀਂ ਸਿੱਖ ਹਾਂ, ਪਰ ਸਿੱਖੀ ਦੇ ਘਰ ਬਹੁਤ ਦੂਰ ਹੈ। ਗੁਰੂ ਕਿਰਪਾ ਕਰਨ ਜੇ ਲਾ ਲੈਣ ਚਰਨੀ ਆਪਾਂ ਨੂੰ। ਕਹਿੰਦੇ ਸਿੱਖ ਤਾਂ ਅਸੀਂ ਹੈਗੇ ਹੀ ਹਾਂ ਜੀ, ਤਨਖਾਹ ਦਿਓ। ਕਹਿੰਦੇ ਨਾ, ਜੇ ਤੁਸੀਂ ਸਿੱਖ ਹੁੰਦੇ ਮੇਰੀਆਂ ਵਾਂਗਾਂ ਨਾ ਫੜਦੇ ਘੋੜੇ ਦੀਆਂ। ਕਹੋ ਸਤਨਾਮ ਸੀ। ਹੁਣ ਤੁਸੀਂ ਦੱਸੋ ਵੀ ਤੁਹਾਨੂੰ ਸਿੱਖੀ ਚਾਹੀਦੀ ਹੈ ਕਿ ਤਨਖਾਹ ਚਾਹੀਦੀ ਹੈ? ਕਹਿੰਦੇ ਜੀ ਤਨਖਾਹ ਦਿਓ। ਕਹਿੰਦੇ ਲੈ ਲਓ। ਢਾਲਾਂ ਭਰ ਭਰ ਕੇ ਵੰਡੀਆਂ। ਦਾਨ ਸਿੰਘ ਦੀ ਵਾਰੀ ਆਈ। ਕਹਿੰਦੇ ਦਾਨ ਸਿਆਂ ਤੂੰ ਵੀ ਲੈ ਲਾ ਭਾਈ। ਨਹੀਂ ਮਹਾਰਾਜ ਮੈਨੂੰ ਤਾਂ ਸਿੱਖੀ ਦੇ ਦਿਓ। ਕਹਿੰਦੇ ਨਹੀਂ ਨਹੀਂ, ਤੂੰ ਜਾ ਵੀ ਆਪਦੇ ਭਰਾਵਾਂ ਨਾਲ, ਤੂੰ ਵੀ ਜਾ, ਪੈਸੇ ਦਿਆ ਕਰੇ। ਕਹਿੰਦਾ ਮਹਾਰਾਜ ਮੈਂ ਨਹੀਂ ਲੈਣੇ ਪੈਸੇ, ਮੈਨੂੰ ਸਿੱਖੀ ਚਾਹੀਦੀ ਹੈ। ਪਾਤਸ਼ਾਹ ਨੇ 3-4 ਵਾਰੀ ਵੇਖਿਆ ਵੀ ਮੰਗਦਾ ਕਿ ਨਹੀਂ, ਲੈਂਦਾ ਕਿ ਨਹੀਂ। ਉਹ ਕਹਿਣ ਲੱਗਿਆ ਮਹਾਰਾਜ ਮੈਨੂੰ ਸਿੱਖੀ ਚਾਹੀਦੀ ਹੈ। ਪਾਤਸ਼ਾਹ ਕਹਿਣ ਲੱਗੇ ਚਲੋ ਚੰਗਾ ਕੀਤਾ ਦਾਨ ਸਿਆਂ, ਤੂੰ ਮਾਲਵੇ ਵੀ ਸਿੱਖੀ ਦਾ ਬੀਜ ਰੱਖ ਲਿਆ ਹੈ,
ਮਹਾਂ ਸਿੰਘ ਨੇ ਮਾਝੇ 'ਚ ਰੱਖ ਲਿਆ। ਕਹੋ ਸਤਨਾਮ ਸ੍ਰੀ। ਤਾਂ ਉਸ ਤੋਂ ਬਾਅਦ ਭਾਵੇਂ ਬਰਾੜ ਰਹੇ, ਇੱਥੋਂ ਤੱਕ ਆਏ ਆ, ਦਮਦਮਾ ਸਾਹਿਬ ਤੱਕ ਨਾਲ ਹੀ ਆਏ ਆ। ਤਾਂ ਉਸ ਤੋਂ ਬਾਅਦ ਭਾਈ ਦਾਨ ਸਿੰਘ ਕਹਿਣ ਲੱਗਿਆ, ਮਹਾਰਾਜ ਮੇਰੇ ਨਗਰ ਵਿੱਚ ਚਰਨ ਪਾਓ। ਚੱਲ ਭਾਈ, ਚੱਲ ਵੜਦੇ ਆ। ਮਹਾਰਾਜ ਮੈਂ ਤਰ ਗਿਆ, ਮੇਰੇ ਨਗਰ ਨੂੰ ਵੀ ਤਾਰ ਦਿਓ। ਚਲੋ, ਆ ਨਗਰ ਦਾਨ ਸਿੰਘ ਵਾਲਾ। ਤਾਂ ਗੁਰੂ ਪਿਆਰੇ ਦੇ ਬਾਹਰ ਫਿਰਨੀ ਤੇ ਆ ਕੇ ਬੈਠ ਕੇ ਦਾਨ ਸਿੰਘ ਨੂੰ ਕਹਿੰਦੇ, ਜਾ ਫਿਰ ਪੀਪਾ ਖੜਕਾ ਪਿੰਡ ਵਿੱਚ ਜਾ ਕੇ, ਹੁਣ ਪਿੰਡ ਵਾਲਿਆਂ ਨੂੰ ਕਹਿ ਵੀ ਗੁਰੂ ਸਾਹਿਬ ਆਏ ਆ ਤੇ ਦਰਸ਼ਨ ਕਰ ਲਓ। ਤੋ ਭਾਈ ਦਾਨ ਸਿੰਘ ਨੇ ਇੱਕ ਪੀਪਾ ਲਿਆ, ਚੌਂਟਿਆਂ ਵਿੱਚ ਖੜ ਕੇ, ਸੱਥਾਂ ਵਿੱਚ ਖੜ ਕੇ ਖੜਕਾ ਕਰਦਾ। ਲੋਕ ਕੰਨ ਕਰਦੇ ਆ, ਕੀ ਹੋ ਗਿਆ? ਉਹ ਕਹਿੰਦਾ, ਉਹ ਲੋਕੋ ਸੁਣ ਲਓ, ਗੁਰੂ ਆਇਆ ਤਾਰਨ ਵਾਲਾ ਆਪਣੇ ਨਗਰ 'ਚ, ਚੱਲ ਕੇ ਦਰਸ਼ਨ ਕਰ ਲਓ। ਕੋਈ ਨਾ ਤੁਰਿਆ। ਸੱਥਾਂ ਵਿੱਚ ਬੈਠਿਆਂ ਨੂੰ ਜਾ ਕੇ, ਕੋਲੇ ਜਾ ਕੇ ਵੀ ਕਹਿੰਦਾ, ਭਾਈ ਸਾਹਿਬ ਚਲੋ, ਮਹਾਰਾਜ ਆਏ ਆਪਣੇ ਪਿੰਡਾਂ, ਚਰਨ ਪਾਏ ਆ ਉਹਨਾਂ ਨੇ, ਚੱਲ ਕੇ ਦਰਸ਼ਨ ਕਰ ਲਓ। ਹੁਣ ਭਾਈ ਦਾਨ ਸਿੰਘ ਜੀ ਦੇ ਵੱਡੀ ਤਲਵਾਰ ਪਾਈ ਹੈ, ਜੰਗਾਂ ਜੁੱਧਾਂ 'ਚੋਂ ਆਏ ਆ। ਉਲਟੇ ਮਜ਼ਾਕ ਕਰਕੇ ਭਾਈ ਸਾਹਿਬ ਨੂੰ ਕਹਿੰਦੀ, ਇਹ ਡਾਹਾ ਜਾ ਤੂੰ ਹੀ ਪਾਈ ਫਿਰ, ਸਾਨੂੰ ਲੋੜ ਨਹੀਂ। ਵੱਧੇ ਕਰਨ ਸਲਾਮ ਖਸਮ ਨਾ ਪਾਣੇ ਆ, ਕਹਿੰਦੇ ਤੂੰ ਹੀ ਪਾਈ ਫਿਰ। ਦਾਨ ਸਿੰਘ ਰੋਂਦਾ ਹੈ, ਅੰਦਰੋਂ ਬਰਾਗ ਆਉਂਦਾ ਵੀ ਯਾਰ ਇਹ ਕਿੰਨੇ ਮਾੜੇ ਭਾਗ ਆ, ਪਿੰਡ ਵਾਸੀਆਂ ਦੀ ਗੱਲ ਨਹੀਂ ਸੁਣਦੇ ਮੇਰੀ। ਗੁਰੂ ਸਾਹਿਬ ਕੋਲ ਆਇਆ, ਕਹਿੰਦਾ ਜੀ ਉਹ ਨਹੀਂ ਆਉਂਦੇ, ਚਲੋ ਚੱਲੀਏ। ਕਹਿੰਦੇ ਨਹੀਂ ਨਹੀਂ ਦਾਨ ਸਿਆ, ਤੇਰੇ ਪਿੰਡ ਨੂੰ ਵੀ ਤਾਰਾਂਗੇ। ਤੂੰ ਕੱਲ੍ਹ ਨੂੰ ਇੱਕ ਵਾਰੀ ਹੋਰ ਕਿਹਾ ਜਾ ਕੇ। ਦੂਜੇ ਦਿਨ ਫਿਰ ਉਸਨੇ ਗੇੜਾ ਲਾਇਆ ਪਿੰਡ ਵਿੱਚ, ਫਿਰ ਨਾ ਕੋਈ ਆਇਆ। ਆ ਕੇ ਰੋਣ ਲੱਗ ਪਿਆ, ਮਾਰੇ ਪੁੱਠਾ ਬੋਲਦੇ ਆ ਮੈਨੂੰ ਵੀ ਤੇ ਸ਼ਸਤਰਾਂ ਨੂੰ ਵੀ, ਛੱਡੋ ਖਹਿੜਾ, ਇਹਨਾਂ ਲੋਕਾਂ ਨੇ ਮਰਨਾ ਹੀ ਆ। ਕਹਿੰਦੇ ਨਹੀਂ ਦਾਨ ਸਿਆ, ਤੇਰੇ ਨਾਲ ਵਾਅਦਾ ਕੀਤਾ, ਹੁਣੇ ਪੂਰਾ ਕਰਕੇ ਜਾਣਾ। ਤੂੰ ਇੱਕ ਵਾਰੀ ਕੱਲ੍ਹ ਨੂੰ ਹੋਰ ਕਿਹਾ, ਨਹੀਂ ਤਾਂ ਫਿਰ ਮੈਂ ਜਾਣਾ, ਮੇਰਾ ਕੰਮ ਜਾਣੇ, ਮੈਂ ਬੁਲਾ ਲੂੰਗਾ। ਕਹੋ ਸਤਨਾਮ ਸ੍ਰੀ। ਤੀਜੇ ਦਿਨ ਮਸਾਂ ਦਾਨ ਸਿੰਘ ਨੂੰ ਭੇਜਿਆ, ਫਿਰ ਪਿੰਡ ਵਿੱਚ ਪੀਪਾ ਖੜਕਾ ਕੇ ਕਿਹਾ, ਆਇਆ ਓਏ ਗੁਰੂ ਸਾਹਿਬ ਆਏ ਆ, ਦਰਸ਼ਨ ਕਰ ਲਓ। ਨਾ ਆਏ। ਚੌਥੇ ਦਿਨ ਇੱਕ ਨੌਜਵਾਨ ਨੂੰ ਤਾਪ ਚੜ੍ਹਿਆ ਤੇ ਮਰ ਗਿਆ। ਚਲ ਮਰ ਗਿਆ ਹੋਣਾ, ਤਾਪ ਚੜ੍ਹ ਗਿਆ ਸੀ। ਆਥਣ ਨੂੰ ਇੱਕ ਹੋਰ ਮਰ ਗਿਆ। ਕਹੋ ਸਤਨਾਮ ਸ੍ਰੀ। ਮਾੜਾ ਜਿਹਾ ਤਾਪ ਚੜ੍ਹਦਾ ਮਰ ਜਾਂਦੇ ਆ, ਜਿਵੇਂ ਕਰੋਨਾ ਵੇਲੇ ਮਰਨ ਲੱਗੇ। ਜਦੋਂ 3-4 ਮਰ ਗਏ 2 ਕੁ ਦਿਨਾਂ 'ਚ, ਤੇ ਪਿੰਡ ਦੀ ਪੰਚਾਇਤ ਨੰਬਰਦਾਰ ਚੌਧਰੀ ਕਹਿੰਦੇ, ਓਏ ਗੁਰੂ ਸਾਹਿਬ ਨੇ ਨਾ ਕੁਛ ਕਰਤਾ ਹੋਵੇ, ਚਲੋ ਆਪਾਂ ਮਾਫੀ ਮੰਗ ਲਈਏ। ਚੱਲ ਕੇ ਆਪਾਂ ਦਾਨ ਸਿੰਘ ਨੂੰ ਪੁੱਠਾ ਸਿੱਧਾ ਬੋਲੇ, ਆਪਾਂ ਗਏ ਨਹੀਂ, ਚਲੋ ਬੇਨਤੀ ਕਰੀਏ। ਫਿਰ ਪੰਚਾਇਤ ਇਕੱਠੀ ਹੋ ਕੇ ਆ ਗਈ ਪਾਤਸ਼ਾਹ ਕੋਲੇ, ਮੱਥਾ ਟੇਕਦੇ, ਆਓ ਭਾਈ ਮਤਲਬ ਦਰਸ਼ਨ ਕਰਨ ਆਏ ਆ, ਸਾਨੂੰ ਤਾਂ ਹਫ਼ਤਾ ਹੋ ਗਿਆ ਆਇਆ ਨੂੰ ਇੱਥੇ। ਕਹੋ ਸਤਨਾਮ ਸੀ। ਮਹਾਰਾਜ ਗਲਤੀ ਹੋ ਗਈ। ਕੀ ਗਲਤੀ ਹੋ ਗਈ? ਤੁਸੀਂ ਕੀ ਕਿਹਾ ਸੀ ਦਾਨ ਸਿੰਘ ਨੂੰ? ਆ ਡਾਹਾ ਜਾ ਤੂੰ ਹੀ ਪਾਈ ਫਿਰ। ਮਹਾਰਾਜ ਗਲਤੀ ਹੋ ਗਈ, ਮਾफ़ ਕਰ ਦਿਓ। ਕਹਿੰਦੇ ਕੀ ਹੋ ਗਿਆ? ਕਹਿੰਦੇ ਸਾਡੇ ਤਾਂ ਨੌਜਵਾਨ ਮਰਨ ਲੱਗ ਪਏ, ਜਵਾਕ ਮਰਨ ਲੱਗ ਪਏ ਜੀ। ਬਾਦਸ਼ਾਹ ਕਹਿੰਦੇ ਮੈਂ ਤਾਂ ਨਹੀਂ ਮਾਰੇ ਫਿਰ। ਕਹਿੰਦੇ ਨਹੀਂ ਮਹਾਰਾਜ ਤੁਸੀਂ ਬਚਾ ਸਕਦੇ ਹੋ। ਤੇ ਪਾਤਸ਼ਾਹ ਕਹਿੰਦੇ ਜੇ ਮੈਂ ਬਚਾ ਸਕਦਾ ਤਾਂ ਮੈਂ ਤਾਂ ਅਮਰ ਦੇ ਕੇ ਬਚਾਊਂਗਾ। ਕਹੋ ਸਤਨਾਮ ਸੀ। ਮੈਂ ਤਾਂ ਤੁਹਾਡੇ ਕਿਰਪਾਨਾਂ ਪਵਾਊਂਗਾ ਫਿਰ ਬਚੋਗੇ, ਨਹੀਂ ਤਾਂ ਜਿਹੜੇ ਨਹੀਂ ਛਕਣਗੇ ਉਹ ਮਰਨਗੇ। ਕਹੋ ਸਤਨਾਮ ਸੀ। ਫਿਰ ਡਿੱਗਣ ਪੈਰੀ ਪੈਣ, ਮਹਾਰਾਜ ਬਖਸ਼ ਲਓ। ਕਹਿੰਦੇ ਬਸ ਬਚਨ ਹੋ ਗਿਆ, ਜਿਹੜਾ ਅੰਮ੍ਰਿਤ ਛਕ ਲੂਗਾ ਉਹ ਬਚੂਗਾ, ਬਾਕੀ ਮਰਨਗੇ। ਫਿਰ ਤਾਂ ਹੋਰ ਵੀ ਖਤਰਾ ਪੈਦਾ ਹੋ ਗਿਆ ਸਾਰੇ ਪਿੰਡ ਨੂੰ। ਪੈਰੀ ਪੈਂਦੇ ਹੈ। ਖੈਰ ਸਤਿਗੁਰੂ ਪਿਓ ਵਰਗਾ ਹੈ, ਅਣਕ ਵਾਰ ਝਿੜਕੇ ਵੋ ਭਾਂਤੀ ਬੌੜ ਪਿਤਾ ਗੱਲ ਆਵੇ। ਤਾਂ ਗੁਰੂ ਪਿਆਰਿਓ ਜਿਸ ਵੇਲੇ ਮਿੰਨਤਾਂ ਕਰਨ ਲੱਗੇ, ਪਾਤਸ਼ਾਹ ਕਹਿੰਦੇ ਫਿਰ ਅੰਮ੍ਰਿਤ ਦਾ ਬਾਟਾ ਤਿਆਰ ਕਰੋ। ਤੇ ਬਾਟੇ 'ਚ ਨਹੀਂ ਸਰਨਾ, ਹੁਣ ਕੜਾਹਾ ਹੀ ਤਿਆਰ ਕਰੋ। ਕਹੋ ਸਤਨਾਮ ਸੀ। ਕੜਾਹਿਆਂ ਦੇ ਵਿੱਚ ਅੰਮ੍ਰਿਤ ਤਿਆਰ ਕੀਤਾ। ਤੇ ਛੋਟੇ ਸ੍ਰੀ ਸਾਹਿਬ ਵੀ ਜਲਦੀ ਮਿਲੇ ਨਹੀਂ, ਇਹ ਦਾਤੀਆਂ ਦੇ ਨਾਲ ਰੱਸੀਆਂ ਬੰਨ੍ਹ ਕੇ ਗਾਤਰੇ ਪਾਤੀ ਸ਼ਾਸਤਰ ਤੌਰ 'ਤੇ। ਕਹੋ ਸਤਨਾਮ ਸੀ। ਤੇ ਕੜਾਹੇ ਦੇ ਵਿੱਚ ਕਹਿੰਦੇ ਫਿਰ ਅੰਮ੍ਰਿਤ ਤਿਆਰ ਕਰਕੇ ਸਾਰੇ ਪਿੰਡ ਨੂੰ ਛਕਾਇਆ। ਫਿਰ ਸਾਰੇ ਇੱਕ ਦੂਜੇ ਦੇ ਮੂਹਰ ਦੀ ਉਹ ਕਹੇ ਜੀ ਪਹਿਲਾਂ ਮੈਨੂੰ ਛਕਾ ਦਿਓ, ਮੈਂ ਨਾ ਮਰ ਜਾ। ਕਹਿੰਦੇ ਹੁਣ ਨਹੀਂ ਮਰਦੇ, ਜਿਹੜੇ ਲਾਈਨ 'ਚ ਲੱਗ ਗਏ ਉਹ ਨਹੀਂ ਮਰਦੇ, ਘਬਰਾਓ ਨਾ ਹੁਣ। ਫਿਰ ਦਾਨ ਸਿੰਘ ਦਾ ਨਾਮ ਹੋਰ ਸੀਗਾ, ਤੇ ਦਾਨ ਸਿੰਘ ਵਾਲਾ ਇਹਦਾ ਨਾਮ ਸ਼ਾਇਦ ਗੰਗਾ ਸੀ ਪਹਿਲਾਂ, ਤੇ ਫਿਰ ਇਸ ਦਾ ਨਾਮ ਦਾਨ ਸਿੰਘ ਦੇ ਨਾਮ 'ਤੇ ਰੱਖ ਦਿੱਤਾ। ਕਹੋ ਸਤਨਾਮ ਸ੍ਰੀ। ਤੋ ਖੈਰ ਇਸ ਤਰ੍ਹਾਂ ਸਤਿਗੁਰੂ ਪਾਤਸ਼ਾਹ ਕਹਿੰਦੇ ਦੁਨੀਆ ਬੱਧੀ ਹੋਈ ਦੁੱਖਾਂ ਦੇ ਵਿੱਚ ਹੀ ਰੱਬ ਨੂੰ ਯਾਦ ਕਰਦੀ ਹੈ। ਦੁੱਖ ਮੇਂ ਸਿਮਰਨ ਸਭ ਕਰੇ, ਸੁੱਖ ਮੇਂ ਕਰੇ ਨਾ ਕੋਏ।
जो सुख में सिमन करे ते दुख काहे को होए। बदे कन सलाम खसम ना भाणिया। रब नूं इउं नहीं चंगा लगदा जो बंदा स्वार्थां करके मत्थे टेकदा। बिना स्वार्थ तो कदे मत्था टेक लिया आके, कदे बिना स्वार्थ तो भी कह दे बापू तू मेरा ते मैं तेरा, को सतनाम श्री। इस करके कर्म करत होवे नेकामी, तिसको होत प्राप्त स्वामी। बदे कन सलाम खसम ना भाणिया। मेरे प्रीतम जी अगे बख्शिश करते हैं, सच मिलै मुख नाम साहिब भावसी। ਜਿਹੜੇ ਨਾਮ ਜਿਨ੍ਹਾਂ ਨੂੰ ਪਰਮੇਸ਼ਰ ਦਾ ਨਾਮ ਮਿਲਦਾ, ਕਿੰਨਾਂ ਨੂੰ, ਜਿਹੜੇ ਉਹਨੂੰ ਭਾ ਜਾਂਦੇ ਆ, ਜਿਹੜੇ ਉਹਨਾਂ ਨੂੰ ਚੰਗੇ ਲੱਗ ਜਾਂਦੇ ਆ, ਫਿਰ ਉਹਨਾਂ ਨੂੰ ਨਾਮ ਦੀ ਦਾਤ ਦਿੰਦਾ ਹੈ। ਜਿਵੇਂ ਗੁਰੂ ਗੋਬਿੰਦ ਸਿੰਘ ਜੀ ਨੇ ਅਮਰ ਦੀ ਦਾਤ ਬਖਸ਼ੀ ਨਗਰਦਾਨ ਸਿੰਘ ਵਾਲਿਆਂ ਨੂੰ। ਔਰ ਗੁਰੂ ਪਿਆਰਿਓ, ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਵਾਪਸ ਦਮਦਮਾ ਸਾਹਿਬ ਤਲਵੰਡੀ ਚਲੇ ਗਏ ਸੀ ਤੇ ਉੱਥੇ ਵੀ ਪਹੁੰਚੇ ਫਿਰ ਮਗਰ। ਤੇ ਜਿਹੜਾ ਸਰੋਵਰ ਸਾਹਿਬ ਹੈ ਦਮਦਮਾ ਸਾਹਿਬ ਤਲਵੰਡੀ ਦਾ, ਫਿਰ ਉਹਦੇ ਵਿੱਚ ਕੜਾਹਿਆਂ ਵਿੱਚ ਅੰਮ੍ਰਿਤ ਤਿਆਰ ਕਰ ਕਰਕੇ ਪਾਉਣ ਲੱਗੇ। ਸਿੰਘਾਂ ਨੇ ਪੁੱਛਿਆ, ਮਹਾਰਾਜ ਇਹ ਕੀ ਕੌਤਕ ਆ, ਤੁਸੀਂ ਕੜਾਹੇ ਨੂੰ ਜਲ ਦਾ ਭਰ ਕੇ ਉਹਦੇ ਵਿੱਚ ਪੰਜ ਬਾਣੀਆਂ ਪੜ੍ਹ ਕੇ ਸਾਰਾ ਅੰਮ੍ਰਿਤ ਤਿਆਰ ਕਰਕੇ ਫਿਰ ਕੜਾਹੇ ਨੂੰ ਇਹਦੇ ਵਿੱਚ ਲਟਾ ਦਿੰਦੇ ਹੋ। ਕਹਿੰਦੀ ਆਉਣ ਵਾਲੇ ਸਮੇਂ ਵਿੱਚ ਜਿਹੜਾ ਇੱਥੇ ਇਸ਼ਨਾਨ ਕਰੇਗਾ, ਇਹ ਜਲ ਛਕੇਗਾ, ਉਹਨੂੰ ਵੀ ਸਿੱਖੀ ਪ੍ਰਾਪਤ ਹੋ ਜਿਆ ਕਰੇਗੀ। ਕਹੋ ਸਤਨਾਮ ਸ੍ਰੀ। ਇਹ ਇਲਾਕਾ ਗੁਰੂ ਕੀ ਕਾਸ਼ੀ ਬਣਿਆ ਦਮਦਮਾ ਸਾਹਿਬ ਤਲਵੰਡੀ, ਜਿੱਥੇ ਵਿਦਿਆ ਦਾ ਵੀ ਦਾਨ ਬਖਸ਼ਿਸ਼ ਕੀਤਾ, ਅਮਰ ਦੀਆਂ ਦਾਤਾਂ ਸਿੱਖੀ ਦਾ ਦਾਨ ਵੀ ਬਖਸ਼ਿਸ਼ ਕੀਤਾ। ਕਹੋ ਸਤਨਾਮ ਸ੍ਰੀ। ਖੈਰ ਪਾਤਸ਼ਾਹ ਜੀ ਕਹਿੰਦੇ, ਬੱਧੇ ਕੰਨ ਸਲਾਮ ਖਸਮ ਨਾ ਭਾਣਿਆ। ਸੱਚ ਮਿਲੇ ਮੁਖ ਨਾਮ ਸਾਹਿਬ ਭਾਵਸੀ। ਜਿਹੜੇ ਮਾਲਕ ਨੂੰ ਭਾ ਜਾਂਦੇ ਆ ਉਹਨਾਂ ਨੂੰ ਸਤਿਗੁਰੂ ਨਾਮ ਦੀ ਦਾਤ ਦਿੰਦਾ ਹੈ। ਕਰਸਨ ਤਖਤ ਸਲਾਮ ਲਿਖਿਆ ਪਾਵਸੀ। ਇੱਥੇ ਮੱਥਾ ਟੇਕਣਾ ਵੀ ਵੱਡੇ ਭਾਗਾਂ ਤੋਂ ਬਗੈਰ ਨਹੀਂ ਮਿਲਦਾ ਗਾ। ਕਹੋ ਸਤਨਾਮ ਸੀ। ਇਹਦੇ ਤਖਤ 'ਤੇ ਆ ਕੇ ਸਲਾਮ ਕਰਨੀ, ਭਾਵ ਨਮਸਕਾਰ ਕਰਨੀ। ਸੀਸ ਨਵਾਇਆ ਗਿਰ ਪੜੈ ਬਹੁ ਪਾਪਣ ਕੀ ਪੋਟ। ਤਾਂ ਤੇ ਸੀਸ ਨਵਾਈ ਹੈ, ਲੱਗੇ ਨਾ ਜਮ ਕੀ ਚੋਟ। ਬੰਦੇ ਨੂੰ ਸਿਰ ਨਵਾਉਣਾ ਵੀ ਔਖਾ ਲੱਗਦਾ ਜੇ ਗੁਰੂ ਦੀ ਕਿਰਪਾ ਨਾ ਹੋਵੇ। ਕਹੋ ਸਤਨਾਮ। ਝੁਕਣਾ ਵੀ ਬਹੁਤ ਔਖਾ ਹੈ। ਗੁਰੂ ਕਿਰਪਾ ਕਰਨ। ਸਤਿਗੁਰੂ ਪਾਤਸ਼ਾਹ ਜੀ ਬਖਸ਼ਿਸ਼ ਕਰਦੇ ਹਨ ਕਿ ਇਸ ਤਰ੍ਹਾਂ ਦਾ ਇਹ ਸ੍ਰਿਸ਼ਟੀ ਹੈ। ਅਤੇ ਉਸ ਪੁਆਧ ਦੇ ਇਲਾਕੇ ਦੇ ਕਿਰਸਾਨਾਂ ਨੂੰ ਹੋਰ ਕਿਰਸਾਨਾਂ ਨੇ ਆ ਕੇ ਬੇਨਤੀ ਕੀਤੀ ਸੀ ਕਰਤਾਰਪੁਰ ਨਗਰ ਸਾਹਿਬ ਵਿਖੇ, ਅਤੇ ਉੱਥੇ ਸਤਿਗੁਰਾਂ ਨੇ ਇਹ ਉਪਦੇਸ਼ ਬਖਸ਼ਿਸ਼ ਕੀਤਾ ਸੀ। ਅਗਲੇ ਸ਼ਬਦਾਂ ਦੇ ਵਿਚਾਰ ਆਪਾਂ ਅਗਲੇ ਦੀਵਾਨਾਂ ਵਿੱਚ ਸਰਵਣ ਕਰਾਂਗੇ। ਗੁਰੂ ਕਿਰਪਾ ਕਰਨ। ਬੋਲਦਿਆਂ ਨੇਕਾਂ ਅੱਖਰ ਬਾਅਦ ਘਾਟ ਹੋ ਜਾਂਦੇ। ਸਿੱਖ ਸੰਗਤਾਂ ਤੇ ਸਤਿਗੁਰੂ ਬਖਸ਼ਣ ਯੋਗ ਹੈ, ਬਖਸ਼ ਲੈਣਾ ਜੀ। ਸਮਾਪਤੀ ਕਰੀਏ। ਮਿਲਾਓ ਫਤਿਹ ਪਾਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰਾਮ